ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਇਸ ਗੁਫਾ ਮਹਿ ਅਖੁੱਟ ਪੰਡਾਰਾ, ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਇਸ ਗੁਫਾ ਮਹਿ ਅਖੁੱਟ ਪੰਡਾਰਾ, ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਆਪੇ ਗੁਪਤ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਵੰਝਾਵਣਿਆ। ਹਉ ਵਾਰੀ ਜਿਉ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਰਹਾਉ ਹਉ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਬਿਨ ਸ਼ਬਦੈ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸ਼ਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੈ ਬਹੁਤ ਵੇਗਾਰ ਦੁਖ ਪਾਏ। ਮਨ ਮੁਖ ਅੰਧੇ ਸੂਝੈ ਨਾਹੀ, ਫਿਰ ਘਿਰ ਆਏ ਗੁਰਮੁਖ ਵਤ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹਉ ਮੈਂ ਮੈਲ ਜਾਏ। ਬੈਸ ਸੁਥਾਨ ਸਦ ਹਰ ਗੁਣ ਗਾਵੈ, ਸੱਚੈ ਸ਼ਬਦ ਸਮਾਵਣਿਆ। ਨੌ ਦਰ ਠਾਕੇ ਧਾਵਤ ਰਹਾਏ, ਦਸਵੈਂ ਨਿਜ ਕਰ ਵਾਸਾ ਪਾਏ। ਓਥੈ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦੈ ਅੰਤਰ ਆਨੇਰਾ, ਨਾ ਵਸਤ ਲਹੈ ਨਾ ਚੂਕੈ ਫੇਰਾ। ਸਤਿਗੁਰ ਹੱਥ ਕੂੰਜੀ ਹੋਰਤ ਦਰ ਖੁਲੈ ਨਾਹੀ, ਗੁਰ ਪੂਰੈ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਮਾਣ ਰਹੇ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ
ਮਾਝ ਰਾਗ ਦੇ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸੰਦੇਸ਼ ਸਾਨੂੰ ਵਿਚਾਰ ਗੋਚਰੇ ਪ੍ਰਾਪਤ ਹੈ। ਨਾਲ ਹੀ ਕੈਲੰਡਰ ਦੀਆਂ ਤਾਰੀਖਾਂ ਦੇ ਵਿੱਚ ਥੋੜ੍ਹਾ ਫਰਕ, ਕਿਉਂਕਿ ਉਸ ਲੈਵਲ 'ਤੇ ਕੁਝ ਪੈ ਗਿਆ। ਕੁਝ ਕੈਲੰਡਰ ਦੀਆਂ ਡੇਟਾਂ ਦੇ ਮੁਤਾਬਕ ਅੱਜ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਗੁਰਪੁਰਬ ਹੈ, ਉਹਦੀ ਵੀ ਮੁਬਾਰਕਬਾਦ। ਨਾਲ ਹੀ ਸਾਡੇ ਅਮਰ ਸ਼ਹੀਦ ਭਾਈ ਸੁੱਖਾ ਜਿੰਦਾ, ਉਹਨਾਂ ਦਾ ਵੀ ਸ਼ਹਾਦਤ ਪੁਰਬ ਹੈ। ਉਹਨਾਂ ਸ਼ਹੀਦਾਂ ਨੂੰ ਵੀ ਕੋਟਾਨ ਕੋਟ ਨਮਨ ਕਰਦੇ ਹਾਂ। ਜਿਵੇਂ ਸ਼ਬਦ ਦੀ ਵਿਵੇਚਨਾ ਦੇ ਵਿੱਚ ਕੁਝ ਇਤਿਹਾਸਕ ਤਵਾਰੀਖੀ ਰੰਗ ਵੀ ਨਾਲ ਟਰਾਈ ਕਰਾਂਗੇ, ਉਹਨਾਂ ਨੂੰ ਟੱਚ ਕਰ ਸਕੀਏ। ਬਚਨ ਦੀ ਵਿਵੇਚਨਾ, ਐਕਸਪਲੇਨੇਸ਼ਨ ਰਹਾਉ ਦੇ ਬੰਦ ਤੋਂ ਸ਼ੁਰੂ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰ ਰਹੇ ਸੀ, ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਨਾਮ ਦਾ ਐਡਜੈਕਟਿਵ ਅੰਮ੍ਰਿਤ ਹੈ। ਅੰਮ੍ਰਿਤ ਨਾਮ ਇੱਕ ਐਸੀ ਜੀਵਨ ਜਾਚ ਦੀ ਸਿੱਖਿਆ ਜਿਹੜੀ ਸਾਨੂੰ ਆਤਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ, ਸਪਿਰਿਚੁਅਲ ਸਾਈਡ ਤੋਂ ਸਾਡੀ ਅਪਲਿਫਟਿੰਗ ਕਰਦੇ ਹੈ। ਜਿਨ੍ਹਾਂ ਨੇ ਉਸ ਜਾਚ ਨੂੰ, ਉਸ ਜੀਵਨ ਦੇ ਪੱਖ ਨੂੰ ਮਾਣਿਆ ਹੈ, ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਮੈਂ ਵਾਰਨੇ ਜਾਨਾ ਵਾਂ। ਨੈਕਸਟ ਜੋ ਲਾਈਨ ਆ, ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਜਿਨ੍ਹਾਂ ਨੇ ਜੀਵਨ ਦੇ ਵਿੱਚ ਇਸ ਨੈਕਟਰ ਨੂੰ ਮਹਾਰਸ, ਇੱਕ ਸੁਪੀਰੀਅਰ ਸਵੀਟੈਸਟ ਪਦਾਰਥ ਦੇ ਰੂਪ ਦੇ ਵਿੱਚ ਜਿਹੜਾ ਹੈਗਾ, ਉਸ ਇੱਕ ਸਬਸਟੈਂਸ ਦੇ ਰੂਪ ਦੇ ਜਿਨ੍ਹਾਂ ਨੇ ਅਡਾਪਟ ਕੀਤਾ, ਉਸ ਨੂੰ, ਉਹਦੀ ਬਾਤ ਹੋ ਰਹੀ ਹੈ। ਮੈਟਾਫੋਰਿਕ ਗੱਲ ਹੈ, ਪਰ ਜਿਸ ਨੂੰ ਐਕਸਪਲੇਨੇਸ਼ਨ ਵਿੱਚ ਲੈ ਕੇ ਆਈਏ ਤੇ ਮਾਇਨੇ ਇਹ ਨੇ, ਜਿਹਨੂੰ ਜੀਵਨ ਦਾ ਡਿਸਿਪਲਿਨ, ਧਰਮ ਚੰਗਾ ਲੱਗਾ, ਜਿਹਨੇ ਜੀਵਨ ਦੇ ਡਿਸਿਪਲਿਨ ਨੂੰ ਅਡਾਪਟ ਕੀਤਾ, ਜੀਵਨ ਦੀ ਇੰਤਹਾ ਖੁਸ਼ੀ ਪ੍ਰਾਪਤ ਕੀਤੀ ਉਹਦੇ ਵਿੱਚੋਂ, ਉਹਦੀ ਬਾਤ ਹੋ ਰਹੀ। ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ। ਤੇ ਇਸ ਅੰਮ੍ਰਿਤ ਨੂੰ ਕੋਈ ਹੋਰ ਨਹੀਂ, ਗੁਰੂ ਕੀ ਮੱਤ ਪਿਆ ਸਕਦੀ ਹੈ ਸਾਨੂੰ। ਭਾਵ ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਸਕੂਲ ਆਫ ਥਾਟ ਨੂੰ, ਉਹਨੂੰ ਫੋਲੋ ਕਰਦੇ ਹਾਂ, ਵੈਨ ਵੀ ਆਰ ਫੋਲੋਇੰਗ ਦ ਸਕੂਲ ਆਫ ਥਾਟ ਆਫ ਆਵਰ ਗੁਰੂ, ਦੈਨ ਡੈਫੀਨੇਟਲੀ ਇਹ ਚੀਜ਼ਾਂ ਨੇ, ਇਹ ਜਿਹੜੀ ਜਾਚ ਆ, ਇਹ ਆਪਣੇ ਆਪ ਆਏਗੀ, ਇਸ ਰੂਪ ਵਿੱਚ ਸਾਨੂੰ ਪ੍ਰਾਪਤ ਹੋਏਗੀ। ਸੋ ਉਹ ਰਹਾਉ ਦਾ ਪਦਾ ਹੈ। ਅੱਗੇ ਬਚਨ 2 ਨੰਬਰ ਪਦੇ ਤੋਂ ਵਿਚਾਰ ਅੱਗੇ ਲਿਜਾਣੀ ਹੈ। ਗੁਰਦੇਵ ਜ਼ਿਕਰ ਕਰਦੇ, ਹਉਮੈ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਹਉਮੈ ਮਾਰ ਬਜਰ ਕਪਾਟ ਖੁਲਾਇਆ। ਬਜਰ ਕਪਾਟ ਹੁੰਦਾ ਹੈ ਐਸਾ ਦਰਵਾਜ਼ਾ ਜਿਹੜਾ ਬੜਾ ਟਾਈਟ ਬੰਦ ਆ। ਹੁਣ ਜਿਹੜੀ ਜੀਵਨ ਦੀ ਅਗਿਆਨਤਾ ਆ, ਅਜੇ ਹੁਣੀ ਗੁਰਦੁਆਰਾ ਸਾਹਿਬ ਇੱਕ ਵਿਚਾਰ ਕਰ ਰਿਹਾ ਸੀਗਾ, ਭੱਟਾਂ ਦੇ ਸਵਈਆਂ ਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਯਾਪਨ ਬਾਰੇ। ਉਹਨਾਂ ਦਾ ਸਵਈਆ ਜੋ ਹੈ ਭੱਟ ਸਾਹਿਬਾਨ ਨੇ ਲਿਖਿਆ ਵੀ, ਜੇ ਸਤਿਗੁਰ ਸਿਮਰੰਤ ਨੈਣ ਤੇ ਤਿਮਰ ਮਿਟੈ ਖਿਨ। ਨੈਣ ਤੇ ਤਿਮਰ ਮਿਟੈ ਖਿਨ। ਲੋਕੀ ਕਹਿੰਦੇ ਨੇ ਜਿਹੜਾ ਹੈ ਬਾਹਰ ਦੀਵਾ ਬਾਲਣਾ ਇਹ ਮੁਸ਼ਕਲ ਹੈ। ਭਈ ਬਾਹਰ ਦਾ ਦੀਵਾ ਤਾਂ ਸਾਨੂੰ ਪਤਾ ਕਿਵੇਂ ਬਾਲਣਾ, ਅਸੀਂ ਬਾਲ ਸਕਦੇ ਹਾਂ। ਤੇਲ ਪਾਉਣਾ, ਬੱਤੀ ਪਾਉਣੀ, ਉਹਨੂੰ ਮੈਚ ਕਰਨਾ ਤੇ ਬਲ ਜਾਣਾ ਉਹਨੇ। ਪਰ ਜੋ ਅੰਦਰ ਦਾ ਦੀਵਾ ਆ, ਜਿਹੜੀ ਅੰਦਰ ਦੀ ਇਨਰ ਇਨਲਾਈਟਮੈਂਟ ਦੀ ਗੱਲ ਹੋ ਰਹੀ ਹੈ, ਉਹ ਹਾਰਡ ਆ। ਯਾਨੀ ਹੋਰ ਲੈਵਲ ਤੇ ਕਿਹਾ ਜਾਏ, ਬੰਦੇ ਨੂੰ ਸਮਝ ਦੇ ਲੈਵਲ ਤੇ ਉਹਨੂੰ ਉਸ ਜਿਹੜਾ ਹੈਗਾ ਅਵੇਅਰ ਕਰਨਾ, ਉਹਨੂੰ ਸੋਝੀ ਦੇ ਦੇਣੀ। ਗੁਰੂ ਮਹਾਰਾਜ ਨੇ ਬਿਆਨ ਕੀਤਾ ਕਿ ਹਉਮੈ ਮਾਰ ਬਜਰ ਕਪਾਟ ਖੁਲਾਵਣਿਆ। ਹਉਮੈ ਹੰਕਾਰ ਦੀ ਬਿਰਤੀ, ਹਉਮੈ ਜਾਂ ਹੰਕਾਰ ਦੀ ਬਿਰਤੀ ਸਭ ਤੋਂ ਪਹਿਲਾ ਕੰਮ ਕੀ ਕਰਦੀ ਹੈ? ਸਾਨੂੰ ਸਿੱਖ ਨਹੀਂ ਬਣਨ ਦਿੰਦੀ, ਸਾਨੂੰ ਸਿੱਖਿਆ ਨਹੀਂ ਲੈਣ ਦਿੰਦੀ। ਸਿੱਖ ਬਣਨ ਵਾਸਤੇ ਤੁਹਾਨੂੰ ਝੁਕਣਾ ਪਏਗਾ, ਨਿਵਣਾ ਪਏਗਾ, ਲਿਫਣਾ ਪਏਗਾ, ਆਪਣੇ ਆਪ ਨੂੰ ਅਹਿਸਾਸਣਾ ਪਏਗਾ ਵੀ ਆਈ ਰੀਅਲੀ ਮਿਸ ਸਮਥਿੰਗ, ਆਈ ਹੈਵ ਟੂ ਲਰਨ, ਆਈ ਐਮ ਮਿਸਿੰਗ। ਮੈਂ ਕੁਛ ਚੀਜ਼ ਮਿਸ ਕਰ ਰਿਹਾ ਵਾਂ ਅਤੇ ਮੈਨੂੰ ਉਸ ਚੀਜ਼ ਨੂੰ ਲਰਨ ਕਰਨਾ ਚਾਹੀਦਾ, ਮੈਨੂੰ ਉਸ ਚੀਜ਼ ਨੂੰ ਸਿੱਖਣਾ ਚਾਹੀਦਾ। ਆਈ ਐਮ ਸੀਕਰ ਆਫ ਸਮਥਿੰਗ। ਦੈਟ ਕਾਈਂਡ ਆਫ ਜਿਹੜੀ ਸਟੇਟ ਆਫ ਮਾਈਂਡ ਆ, ਉਹ ਤੁਹਾਨੂੰ ਕਿਸੇ ਲੈਵਲ 'ਤੇ ਲੈ ਕੇ, ਇੱਥੇ ਬੰਦਾ ਕਹੇਗਾ ਨੋ ਨੋ, ਡੋਂਟ ਇਵਨ ਟਰਾਈ ਟੂ ਟੈਲ ਮੀ ਐਂਡ ਆਈ ਐਮ ਪਰਫੈਕਟ, ਆਈ ਡੋਂਟ ਹੈਵ ਟੂ ਲਰਨ ਐਨੀਥਿੰਗ।
ਅਸਿੱਖ ਬਿਰਤੀ ਬਣ ਗਈ, ਹਉਮੈ ਇੱਥੋਂ ਆ ਗਏ। ਇਹਦੇ ਜੇ ਅਸੀਂ ਮਿਸਾਲੀ ਤੌਰ 'ਤੇ ਕੋਈ ਬਾਤ ਕਰਨੀ ਹੋਏ ਤਾਂ ਇੱਕ ਸੂਫੀ ਫਕੀਰ ਸ਼ੇਖ ਸਾਦੀ ਦੀ ਇੱਕ ਬੜੀ ਜਗਤ ਪ੍ਰਸਿੱਧ ਕਹਾਣੀਨੁਮਾ ਬਾਤ ਆ। ਉਹ ਕਹਿੰਦਾ ਕਿ ਕੋਈ ਆਪਣੇ ਅਰਬ ਦੇਸ਼ ਦੀ ਗੱਲ ਸੁਣਾਉਂਦਾ, ਕਹਿੰਦਾ ਗੱਲ ਇਹ ਹੈ ਕਿ ਉੱਥੇ ਇੱਕ ਦਰਿਆ ਦਾ ਪਾਣੀ ਵਗ ਰਿਹਾ, ਬੜਾ ਨਿਰਮਲ ਪਾਣੀ ਹੈ, ਉਹਦੇ 'ਚ ਬੜੀ ਠੰਡਕ ਹੈ, ਬੜਾ ਸਵੱਛ ਸਾਫ਼ ਕਲੀਨ ਪਾਣੀ ਹੈ। ਅਤੇ ਉਹਦੇ ਕਿਨਾਰੇ ਕਿਨਾਰੇ ਮੈਂ ਟਹਿਲਦਾ ਹੋਇਆ ਜਾ ਰਿਹਾ, ਰਮਣੀਕ ਦ੍ਰਿਸ਼ ਹੈ, ਪਾਣੀ ਦੀ ਕਲਕਲ ਬੜਾ ਇੱਕ ਅਨੁਭਵ ਕਰਾ ਰਹੀ ਹੈ ਸਾਰਾ। ਕੀ ਦੇਖਦਾ, ਕਿਉਂਕਿ ਉੱਥੇ ਗਰਮੀ ਬੜੀ ਹੁੰਦੀ ਹੈ, ਜਿਵੇਂ ਜਿਵੇਂ ਸੂਰਜ ਚੜ੍ਹ ਰਿਹਾ ਸਵੇਰ ਦੇ ਸਮੇਂ ਤਪਸ਼ ਵੱਧ ਰਹੀ ਹੈ, ਦਰਜੇ ਹਰਾਰਾ ਜਿਹੜਾ ਟੈਂਪਰੇਚਰ ਹੈ ਉਹ ਹਾਈ ਹੋ ਰਿਹਾ ਹੈ। ਥੋੜ੍ਹਾ ਅੱਗੇ ਵੱਧਦਾ ਹੋਇਆ ਅੱਗੇ ਜਾਨਾ ਤੇ ਕੀ ਦੇਖਦਾ ਕਿ ਇੱਕ ਸ਼ਖਸ ਉਸ ਪਾਣੀ ਦੇ ਬਿਲਕੁਲ ਕੰਢੇ 'ਤੇ ਖੜਾ ਹੈ ਅਤੇ ਪਾਣੀ ਵੱਲ ਦੇਖੀ ਜਾ ਰਿਹਾ ਵਾਰ-ਵਾਰ ਇਸ ਤਰੀਕੇ ਨਾਲ। ਅਤੇ ਮੈਂ ਉਹਦੇ ਵੱਲ ਦੇਖਦਾ ਅਤੇ ਮੈਨੂੰ ਮਹਿਸੂਸ ਹੁੰਦਾ ਹੈ ਇਹਨੂੰ ਪਿਆਸ ਲੱਗੀ ਹੈ, ਇਹਦੇ ਹੋਠ ਸੁੱਕ ਰਹੇ ਨੇ, ਇਹਦੀਆਂ ਅੱਖਾਂ ਪਾਣੀ ਪੀਣ ਵਾਸਤੇ ਤੜਪ ਰਹੀਆਂ ਨੇ। ਪਰ ਕਮਾਲ ਇਹ ਹੈ, ਪਾਣੀ ਤੇ ਸਾਹਮਣੇ ਹੈ, ਇਹ ਆਪਣੇ ਆਪ ਨੂੰ ਰੋਕ ਕਿਉਂ ਰਿਹਾ ਆ, ਇਹ ਤੜਪ ਕਿਉਂ ਰਿਹਾ ਆ। ਤੇ ਫਿਰ ਉਹਨੂੰ ਪੁੱਛਦਾ ਆ, ਕਹਿੰਦਾ ਤੈਨੂੰ ਪਾਣੀ ਦੀ ਪਿਆਸ ਲੱਗੀ ਹੈ? ਕਹਿੰਦਾ ਹਾਂ, ਤੂੰ ਸਹੀ ਬੁੱਝਿਆ, ਮੈਨੂੰ ਬੜੀ ਪਾਣੀ ਦੀ ਪਿਆਸ ਲੱਗੀ ਹੈ। ਉਹ ਕਹਿੰਦਾ ਫਿਰ ਕਮਲਿਆ ਘਬਰਾਉਣਾ ਕਿਉਂ ਹੈ, ਆ ਪਾਣੀ ਦੇਖ ਕਿੰਨਾ ਠੰਡਾ ਕਿੰਨਾ ਸਾਫ਼ ਪਾਣੀ ਹੈ, ਅੱਗੇ ਵੱਧ ਪੀ ਲੈ, ਇਸ ਪਾਣੀ ਨੂੰ ਪੀ ਕੇ ਆਪਣੀ ਪਿਆਸ ਬੁਝਾ ਲੈ। ਤੂੰ ਫਿਰ ਜਵਾਬ ਦਿੰਦਾ ਉਹਨੂੰ, ਜਿਹੜਾ ਉਹ ਸੱਜਣ ਪਾਣੀ ਤੋਂ ਪਿਆਸਾ ਖੜਾ ਆ, ਉਹ ਕਹਿੰਦਾ ਹੈ ਤੈਨੂੰ ਨਹੀਂ ਪਤਾ ਮੈਂ ਬੜਾ ਬਦਕਿਸਮਤ ਹਾਂ। ਉਹ ਕਹਿੰਦਾ ਮਤਲਬ ਬਦਕਿਸਮਤ ਹੈ, ਕਿਉਂ? ਕਹਿੰਦਾ ਮੈਂ ਪਾਣੀ ਪੀ ਨਹੀਂ ਸਕਦਾ। ਕਹਿੰਦਾ ਵੀ ਰੀਜ਼ਨ ਵੀ ਤਾਂ ਹੋਏਗਾ ਕਿਉਂ ਨਹੀਂ ਪੀ ਸਕਦਾ। ਕਹਿੰਦਾ ਪਾਣੀ ਪੀਣ ਵਾਸਤੇ ਇਸ ਪਾਣੀ ਦਾ ਜਿਹੜਾ ਸੋਮਾ ਆ ਇਹਦੇ ਕੋਲ ਮੈਨੂੰ ਥੱਲੇ ਬੈਠਣਾ ਪਏਗਾ, ਮੈਨੂੰ ਗੋਡੇ ਝੁਕਾਉਣੇ ਪੈਣਗੇ, ਮੈਨੂੰ ਅੰਜਲੀ ਜੋੜਨੀ ਪਏਗੀ, ਮੈਨੂੰ ਉਹਦੇ ਅੱਗੇ ਨਿਵਣਾ ਤੇ ਲਿਫਣਾ ਪਏਗਾ, ਲਿਫ ਕੇ ਉਹਦੇ ਵਿੱਚੋਂ ਅੰਜਲੀ ਭਰ ਕੇ ਇਸ ਤਰੀਕੇ ਦੇ ਨਾਲ ਬੁੱਕ ਭਰ ਕੇ ਮੈਨੂੰ ਪੀਣੀ ਪਏਗੀ। ਮੇਰੇ ਲਈ ਪੋਸੀਬਲ ਨਹੀਂ ਹੈਗਾ। ਉਹ ਕਹਿੰਦਾ ਉਹ ਕਾਰਨ ਕੀ ਹੈ? ਕਹਿੰਦਾ ਕਾਰਨ ਇਹ ਹੈ ਕਿ ਮੈਂ ਇਤਨਾ ਬਦਕਿਸਮਤ ਬਦਬਖਤ ਹਾਂ ਕਿ ਮੈਂ ਅੱਜ ਤੱਕ ਕਿਸੇ ਸਾਹਮਣੇ ਝੁਕਣਾ ਨਹੀਂ ਸਿੱਖਿਆ, ਲਿਫਣਾ ਨਹੀਂ ਸਿੱਖਿਆ। ਮੇਰੀ ਇਹ ਬੜੀ ਵੱਡੀ ਅਲਾਮਤ ਹੈ। ਹੁਣ ਇਹ ਜਿਹੜੀ ਬਾਤ, ਹਾਲਾਂਕਿ ਉਹਨੇ ਇੱਕ ਕਹਾਣੀਨੁਮਾ ਰੂਪ ਵਿੱਚ ਇੱਕ ਮੈਟਾਫੋਰ ਹੀ ਸਿਰਜਿਆ ਹੈਗਾ। ਜਦੋਂ ਅਸੀਂ ਦੇਖਦੇ ਹਾਂ ਨਾ ਸਮਾਜ ਸੰਸਾਰ ਦੇ ਵਿੱਚ, ਗੁਰੂ ਸਾਹਿਬ ਦੇ ਸ਼ਬਦਾਂ ਨੂੰ ਅਕਸਰ ਪੜ੍ਹਦੇ ਹਾਂ, ਗੁਰੂ ਮਹਾਰਾਜ ਨੇ ਜਦੋਂ ਹਲੀਮੀ ਦੀ ਗੱਲ ਕੀਤੀ, ਨਿਮਰਤਾ ਦੀ ਗੱਲ ਕੀਤੀ, ਕਿਉਂਕਿ ਇੱਕ ਪਾਸੇ ਤੁਸੀਂ ਦੇਖੋਗੇ ਦੋ ਚੀਜ਼ਾਂ ਇੱਕ ਦੂਜੇ ਨੂੰ ਕੰਟਰਾਡਿਕਟ ਕਰਦੀਆਂ ਨੇ। ਇੱਕ ਪਾਸੇ ਹੰਬਲਨੈਸ ਦੀ ਗੱਲ ਹੋਏ, ਦੂਸਰੇ ਪਾਸੇ ਇਗੋਟਿਸਟ ਐਟੀਟਿਊਡ ਦੀ ਗੱਲ ਹੋਏ, ਦੋਵਾਂ 'ਚੋਂ ਇੱਕ ਚੀਜ਼ ਰਹਿ ਸਕਦੀ ਹੈ। ਜਿਵੇਂ ਦਾਨੇ ਲੋਕਾਂ ਨੇ ਕਿਹਾ ਹਨੇਰਾ ਤੇ ਚਾਨਣ ਇਕੱਠੇ ਨਹੀਂ ਰਹਿ ਸਕਦੇ, ਆਈਦਰ ਹਨੇਰਾ ਹੋਏਗਾ ਜਾਂ ਚਾਨਣ ਹੋਏਗਾ। ਇਹ ਤੇ ਹੋ ਨਹੀਂ ਸਕਦਾ ਕਿ ਦੋਨਾਂ ਦੀ ਇਕੱਠੀ ਉੱਥੇ ਹੋਂਦ ਹੋ ਜਾਏ। ਜਿੱਥੇ ਅਹੰਗ ਬਿਰਤੀ ਹੈ, ਜਿੱਥੇ ਆਕੜ ਆ, ਉੱਥੇ ਹਲੀਮੀ ਨਹੀਂ ਆ ਸਕਦੀ, ਨਿਮਰਤਾ ਨਹੀਂ ਆ ਸਕਦੀ। ਆਕੜਖੋਰ ਬੰਦਾ ਜਿਹੜਾ ਆ ਉਹ ਜੀਵਨ ਵਿੱਚ ਡੈਫੀਨੇਟਲੀ ਬਹੁਤ ਕੁਝ ਇਸੇ ਕਰਕੇ ਮਿਸ ਕਰ ਜਾਂਦਾ ਹੈ, ਕਿਉਂਕਿ ਜਿਹੜੀ ਅੰਦਰ ਦੀ ਆਕੜ ਆ ਉਹ ਉਸ ਨੂੰ ਕਰਨ ਨਹੀਂ ਦਿੰਦੀ, ਉਸ ਨੂੰ ਉਸ ਲੈਵਲ 'ਤੇ ਸਿੱਖਣ ਨਹੀਂ ਦਿੰਦੀ, ਸਮਝਣ ਨਹੀਂ ਦਿੰਦੀ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਿਹਾ, ਇਹ ਸ਼ਬਦ ਪੜ੍ਹਦੇ ਹਾਂ, ਸਿਮਲ ਰੁੱਖ ਸਰਾਏਰਾ ਅਤ ਦੀਰਘ ਅਤ ਮੁੱਛ ਓਏ ਜੀਆਂ ਮੈਂ ਆਸ ਕਰ ਜਾਹੇ ਨਰਾਸੇ ਕਿਤ। ਸਿੰਬਲ ਦੀ ਮਿਸਾਲ ਦਿੱਤੀ। ਪੰਜਾਬ ਦੀ ਫਿਜ਼ਾਨ ਦੇ ਵਿੱਚ ਇੱਕ ਨੇਟਿਵ ਟਰੀ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਪਤਾ ਨਹੀਂ, ਸ਼ਾਇਦ ਉਹ ਵੀ ਨਹੀਂ ਕਿਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਐਕਸਟਿੰਕਟ ਹੋ ਗਿਆ, ਖਤਮ ਹੀ ਨਹੀਂ ਹੋ ਗਿਆ ਕਿਤੇ, ਕਿ ਜਿਵੇਂ ਬਹੁਤ ਸਾਰੇ ਦਰਖਤ ਖਤਮ ਹੋ ਗਏ ਨੇ। ਪਰ ਉਹ ਬੜਾ ਵੱਡਾ ਦਰਖਤ ਹੁੰਦਾ ਸੀ, ਵਿਸ਼ਾਲ ਕਾਏ। ਉਹਨੂੰ ਫੁੱਲ ਫਿੱਕੇ ਫਲ ਬੱਕ ਬੱਕੇ ਕੰਮ ਨਾ ਆਵੇਂ ਪੱਤ। ਉਹਨੂੰ ਫੁੱਲ ਵੀ ਲੱਗਦੇ ਸੀ, ਫਲ ਵੀ ਲੱਗਦੇ ਸੀ, ਪਰ ਕਿਸੇ ਕੰਮ ਨਹੀਂ ਸੀ ਆਉਂਦੇ। ਏਡਾ ਉੱਚਾ ਉਹਦਾ ਹੋਣਾ ਕਿਸੇ ਮਾਇਨੇ ਵਿੱਚ ਨਹੀਂਗਾ। ਇਹ ਸਾਰੀ ਮਿਸਾਲ ਦਿੰਦਿਆਂ ਗੁਰੂ ਸਾਹਿਬ ਨੇ ਕਿਹਾ ਸੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਦੁਨੀਆ ਦੇ ਸਾਰੀਆਂ ਚੰਗਿਆਈਆਂ, ਸਾਰੇ ਗੁਣ ਇਕੱਠੇ ਕਰ ਲਓ ਤੇ ਉਹਨਾਂ ਦੀ ਡਿਸਟਿਲਰੀ ਕਰੋ, ਉਹਨਾਂ ਦਾ ਨਿਚੋੜ ਕੱਢੋ, ਅਰਕ ਕੱਢੋ, ਤੇ ਜੋ ਚੀਜ਼ ਨਿਕਲੇਗੀ ਉਹ ਨਿਕਲੇਗਾ ਮਿੱਠਤ ਤੇ ਨੀਵੀਂ, ਜ਼ਬਾਨ ਦੀ ਮਿਠਾਸ ਤੇ ਹਲੀਮੀ, ਨਿਮਰਤਾ, ਜਿਹੜੀ ਡਾਊਨ ਟੂ ਅਰਥ ਹੰਬਲਨੈਸ ਜਿਹਨੂੰ ਅਸੀਂ ਕਹਿੰਦੇ ਹਾਂ। ਜੇ ਬੰਦੇ 'ਚ ਆਹ ਚੀਜ਼ ਆ ਜਾਏ, ਡੈਫੀਨੇਟਲੀ ਬਹੁਤ ਸਾਰੀਆਂ ਚੀਜ਼ਾਂ ਆਪ ਮੁਹਾਰੇ ਬੰਦਾ ਸੋਲਵ ਕਰ ਲੈਂਦਾ ਹੈ, ਜੀਵਨ 'ਚ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ। ਗੁਰੂ ਬਾਬਾ ਜੀ ਨੇ ਕਿਹਾ
ਜਿਹਨੇ ਹਉਮੈ ਮਾਰ ਆਪਣੇ ਹੰਕਾਰ ਨੂੰ, ਆਪਣੀ ਆਕੜ ਨੂੰ ਮਾਰਿਆ, ਉਸ ਨੂੰ ਪਛਾੜਿਆ ਪਿੱਛੇ। ਬਜਰ ਕਪਾਟ, ਜਿਹੜੇ ਅੰਦਰ ਗਿਆਨ, ਸਮਝ, ਸੋਝੀ, ਅਕਲ ਨਹੀਂ ਜਾਣ ਦੇ ਰਹੇ, ਅੰਦਰੋਂ ਦਰਵਾਜ਼ੇ ਟਾਈਟਲੀ ਬੰਦ ਨੇ, ਉਹ ਖੁੱਲ੍ਹ ਜਾਣਗੇ। ਬਜਰ ਕਪਾਟ ਖੁੱਲਣਗੇ। ਜਿਵੇਂ ਹੀ ਤੁਸੀਂ, ਕਿਉਂਕਿ ਇਹਨੂੰ ਅੱਜ ਦੀ ਤੁਸੀਂ ਮਾਡਰਨ ਸਾਇੰਸ ਵਿੱਚ ਲੈ ਆਓ, ਜਿਹੜਾ ਕਿਸੇ ਵੀ ਮੈਸੇਜ ਨੂੰ ਪਰਸੀਵ ਕਰਨਾ ਆ, ਮਤਲਬ ਅਸੀਂ ਕੋਈ ਵੀ ਸਮਝ ਸੋਝੀ ਹੈ, ਵੀ ਆਲਵੇਜ਼ ਐਕਚੁਅਲੀ ਪਰਸੀਵ ਵਿਦ ਦ ਹੈਲਪ ਆਫ ਆਵਰ ਨਿਊਰੋ ਟਰਾਂਸਮੀਟਰਸ, ਜਿਹੜੇ ਸਾਡੇ ਨਿਊਰੋਨਸ ਅੰਦਰ ਕੰਮ ਕਰਦੇ ਉਸ ਤਰੀਕੇ ਦੇ ਨਾਲ। ਬੰਦਾ ਪਰਸੀਵਰ ਕਦੋਂ ਬਣਦਾ ਆ? ਉਸ ਚੀਜ਼ ਨੂੰ ਮਤਲਬ ਰਿਸੀਵ ਕਰਨ ਵਾਲਾ, ਉਹਨੂੰ ਅੰਦਰ ਆਪਣੇ ਲੈ ਕੇ ਜਾਣ ਵਾਲਾ, ਰਿਸੈਪਟਰ ਦੇ ਤੌਰ ਤੇ। ਕਹਿੰਦੇ ਨੇ ਇੱਕ ਕੰਡੀਸ਼ਨ ਆ, ਜਦੋਂ ਤੁਹਾਡਾ ਕਹਿੰਦੇ ਨਾ ਓਪਨ ਮਾਈਂਡਡ ਹੋ ਕੇ ਚੀਜ਼ਾਂ ਨੂੰ ਸੁਣਨਾ, ਸਮਝਣਾ, ਅਹਿਸਾਸਣਾ। ਇਹਦੇ ਬਾਬਤ ਖੈਰ ਬਾਤ ਥੋੜ੍ਹੀ ਗਹਿਰੀ ਹੋ ਜਾਏਗੀ ਜੇ ਮੈਂ ਟੂਕ ਮਾਤਰੇ ਬਿਆਨ ਕਰਦਾ। ਸਾਡੀ ਜਿਹੜੀ ਕਿਸੇ ਵੀ ਚੀਜ਼ ਨੂੰ ਲਿਸਨ ਕਰਨ ਤੇ ਲਿਸਨ ਕਰਕੇ ਪਰਸੀਵ ਕਰਨ ਦਾ ਜਿਹੜੀ ਉਹਦੇ 'ਚ ਵੇਰੀਏਸ਼ਨ ਆ, ਉਹਦੀਆਂ ਕਈ ਲੇਅਰਸ ਨੇ। ਅੱਜ ਤੇ ਹੁਣ ਬਹੁਤ ਮਾਡਰਨ ਸਾਇੰਸ ਨੇ ਤਾਂ ਬੜਾ ਕੁਝ ਬਿਆਨ ਕੀਤਾ ਇਹਦੇ ਬਾਰੇ। ਐਟਲੀਸਟ ਉਹਦੀਆਂ 5 ਤੇ ਬੜੀਆਂ ਸਾਹਮਣੇ ਸਾਨੂੰ ਈਜ਼ੀਲੀ ਸਮਝ ਆਉਂਦੀਆਂ ਨੇ। ਨੰਬਰ 1, ਜਿਵੇਂ ਸਪੋਜ਼ ਕੋਈ ਬੰਦਾ ਗੱਲ ਕਰ ਰਿਹਾ ਹੈ ਤੇ ਦੂਜਾ ਬੰਦਾ ਉਵੇਂ ਹੀ ਉਹਨੂੰ ਗ੍ਰੈਬ ਕਰ ਰਿਹਾ, ਇਹ ਜ਼ਰੂਰੀ ਨਹੀਂ। ਕੋਈ ਬੰਦਾ ਗੱਲ ਕਰ ਰਿਹਾ, ਦੂਸਰਾ ਆਪਣੇ ਪਰਸਪੈਕਟਿਵ ਦੇ ਨਾਲ ਉਹਨੂੰ ਪਰਸੀਵ ਕਰ ਰਿਹਾ। ਮਤਲਬ ਜਿਸ ਲੈਵਲ ਤੇ ਗੱਲ ਹੋ ਰਹੀ, ਗੱਲ ਸੁਣਨ ਵਾਲਾ ਉਹਨੂੰ ਕੋਈ ਡਿਫਰੈਂਟ ਲੈਵਲ ਤੇ ਲੈ ਕੇ ਜਾ ਰਿਹਾ ਹੈਗਾ, ਉਹਨੂੰ ਵੱਖਰੇ ਰੂਪ ਵਿੱਚ ਵੇਖ ਰਿਹਾ। ਜੇ ਮਿਸਾਲੀ ਤੌਰ ਤੇ ਬਾਤ ਕਰਾਂ, ਥੋੜੀ ਬਲਾਸਨੁਮਾ ਬਾਤ ਹੈ, ਸ਼ਾਇਦ ਤੁਸੀਂ ਕਦੀ ਸੁਣੀ ਹੋਏ, ਲਿਟਰੇਚਰ 'ਚ ਅਕਸਰ ਕੋਟ ਕੀਤੀਆਂ ਜਾਂਦੀਆਂ ਐਵੇਂ ਦੀਆਂ ਗੱਲਾਂ। ਇੰਡੀਆ 'ਚ ਤੁਸੀਂ ਦੇਖਿਆ ਹੋਵੇਗਾ, ਸਰਕਾਰੀ ਸਕੂਲਿੰਗ ਹੁੰਦੀ ਸੀ, ਸਰਕਾਰੀ ਸਕੂਲ ਸਿਸਟਮ ਹੁੰਦਾ ਸੀ ਇੱਕ, ਅਤੇ ਉਹਦੇ 'ਚ ਕਦੀ ਕਦੀ ਕੋਈ ਬਾਹਰੋਂ ਬੰਦੇ ਕੋਈ ਲੈਕਚਰਸ ਕਰਨ ਲਈ ਆਉਂਦੇ ਸੀ, ਕੁਝ ਇਸ ਤਰੀਕੇ ਦੇ ਨਾਲ। ਅਤੇ ਬੱਚੇ ਨੇ ਹਾਈ ਸਕੂਲ ਦੇ, ਅਤੇ ਪ੍ਰਿੰਸੀਪਲ ਇੱਕ ਦਿਨ ਜਦੋਂ ਅਸੈਂਬਲੀ ਲੱਗਦੀ ਹੈ, ਜਦੋਂ ਪ੍ਰੇਅਰ ਜਾਂ ਪ੍ਰਾਰਥਨਾ ਜਾਂ ਅਰਦਾਸ ਕਰਨੀ ਹੁੰਦਾ ਸੀ, ਅਸੈਂਬਲੀ ਲੱਗਦੀ ਸੀ, ਅਤੇ ਉਹਦੇ 'ਚ ਉਹ ਕਹਿੰਦਾ ਕਿ ਭਾਈ ਕੱਲ੍ਹ ਨੂੰ ਸਾਡੇ ਸਕੂਲ ਦੇ ਵਿੱਚ ਜਿਹੜਾ ਨਾ ਉਹ ਇੱਕ ਲੈਕਚਰਾਰ ਆ ਰਿਹਾ, ਅਤੇ ਉਹ ਇਹ ਦੱਸੇਗਾ ਕਿ ਅਲਕੋਹਲ ਪੀਣ ਦਾ ਕੀ ਨੁਕਸਾਨ ਹੁੰਦਾ ਆ, ਸੋ ਸਾਨੂੰ ਨਸ਼ਿਆਂ ਤੋਂ ਪਰਹੇਜ਼ਗਾਰ ਹੋਣਾ ਚਾਹੀਦਾ। ਸੋ ਉਸ ਬਾਬਤ ਤੋਂ ਸਾਨੂੰ ਇੱਥੇ ਆ ਕੇ ਲੈਕਚਰ ਦੇਵੇਗਾ, ਅਤੇ ਹਾਈ ਸਕੂਲ ਦੀਆਂ ਵੱਡੀਆਂ ਕਲਾਸਾਂ ਨੂੰ ਕਹਾਂਗੇ ਵੀ ਤੁਸੀਂ ਇੰਨੇ ਤੋਂ ਇੰਨੇ ਉਹ ਕਲਾਸਿਸ ਅਟੈਂਡ ਕਰਨੀਆਂ ਨੇ, ਠੀਕ ਹੈ ਜੀ। ਉਸ ਸਕੂਲ ਦੇ ਵਿੱਚ 2 ਸਫਾਈ ਕਰਮਚਾਰੀ ਨੇ, ਹਸਬੈਂਡ ਵਾਈਫ, ਤੁਹਾਨੂੰ ਸ਼ਾਇਦ ਪਤਾ ਹੋਏਗਾ, ਜਿਹੜੇ ਉਹ ਸਾਫ਼ ਸਫਾਈ ਕਰਦੇ, ਉਹ ਸਕੂਲਾਂ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ, ਪਹਿਰਾ ਵੀ ਦਿੰਦੇ ਸੀ, ਅਤੇ ਸਾਰਾ ਸਵੀਪਰ ਦਾ ਕੰਮ ਵੀ ਕਰਦੇ ਸੀ। ਉੱਥੇ ਹੈਗੇ ਨੇ, ਉਹ ਜਿਹੜੀ ਮਤਲਬ ਚਪੜਾਸੀ ਹੈਗੀ ਹੈ ਲੇਡੀ, ਉਹ ਜਦੋਂ ਸੁਣਦੀ ਹੈ ਸਾਰੀ ਗੱਲ, ਅਤੇ ਉਹ ਪ੍ਰਿੰਸੀਪਲ ਸਾਹਿਬ ਕੋਲ ਜਾਂਦੀ, ਅਤੇ ਉਹਨੂੰ ਰਿਕੁਐਸਟ ਕਰਦੀ ਹੈ ਵੀ ਗੱਲ ਇਹ ਹੈ, ਪ੍ਰਿੰਸੀਪਲ ਸਾਹਿਬ ਬੜਾ ਵਧੀਆ ਚਾਂਸ ਆ, ਮੇਰਾ ਹਸਬੈਂਡ ਬਹੁਤ ਡਰਿੰਕ ਕਰਦਾ, ਅਤੇ ਤੁਹਾਡੇ, ਕਿਉਂਕਿ ਤੁਸੀਂ ਤਾਂ ਬੌਸ ਹੋ, ਤੁਹਾਡੀ ਥੋੜ੍ਹਾ ਗੱਲ ਮੰਨੇ ਮੋੜੇਗਾ, ਤੁਸੀਂ ਉਹਨੂੰ ਕਹਿਣਾ ਉਹ ਜ਼ਰੂਰ ਬੈਠੇ ਲੈਕਚਰ ਸੁਣਿਓ। ਉਹ ਕਹਿੰਦਾ ਗੱਲ ਹੀ ਕੁਛ ਨਹੀਂ। ਉਹਨੇ ਪ੍ਰਿੰਸੀਪਲ ਆਪਣੇ ਚਪੜਾਸੀ ਨੂੰ ਬੁਲਾਇਆ, ਕਹਿੰਦਾ ਯੂ ਹੈਵ ਟੂ ਐਕਚੁਅਲੀ ਸਟੇ ਦੇਅਰ ਇਨ ਦੈਟ ਕਲਾਸ। ਉਹ ਕਹਿੰਦਾ ਜੋ ਹੁਕਮ ਜੀ। ਉਹ ਆਇਆ ਲੈਕਚਰਾਰ, ਅਤੇ ਉਹ ਲੈਕਚਰ ਕਰਨ ਲੱਗਾ। ਹੁਣ ਉਹਨੇ ਬੱਚਿਆਂ ਨੂੰ ਹੁੱਕ ਕਰਨ ਵਾਸਤੇ, ਆਪਣੇ ਨਾਲ ਜੋੜਨ ਵਾਸਤੇ ਲੈਕਚਰ ਦੇ ਵਿੱਚ ਇੱਕ ਵਰਕਸ਼ਾਪ ਕਾਈਂਡ ਆਫ ਚੀਜ਼, ਜਿਹੜੀ ਇੱਕ ਡੈਮੋਸਟ੍ਰੇਸ਼ਨ ਕਰਨੀ ਸ਼ੁਰੂ ਕਰਦਾ। ਉਹ ਕੀ ਕਰਦਾ ਕਿ ਸ਼ਰਾਬ ਦੀ ਬੋਤਲ ਸਾਹਮਣੇ ਰੱਖਦਾ ਟੇਬਲ 'ਤੇ, ਇੱਕ ਗਿਲਾਸ ਲੈਂਦਾ ਹੈ, ਗਿਲਾਸ ਵਿੱਚ ਸ਼ਰਾਬ ਇਸ ਤਰੀਕੇ ਨਾਲ ਪੋਰ ਕਰਦਾ, ਉਹਨੂੰ ਪਾਉਂਦਾ, ਪਾ ਕੇ ਅਤੇ ਉਹ ਫਿਰ ਇੱਕ ਛੋਟਾ ਜਿਹਾ ਜਿਹੜਾ ਹੈਗਾ ਆ ਕੀੜਾ ਕਹਿ ਲਓ, ਕਿ ਜੇ ਕੋਈ ਬੱਗ ਕਹਿ ਲਓ, ਜਾਂ ਕੋਈ ਜਿਹੜਾ ਹੈਗਾ ਸਪਾਈਡਰ ਵਗੈਰਾ, ਉਹ ਇਸ ਤਰੀਕੇ ਨਾਲ ਚੱਕਦਾ, ਅਤੇ ਚੱਕ ਕੇ ਉਸ ਗਿਲਾਸ ਦੇ ਵਿੱਚ ਉਹਨੂੰ 2 ਵਾਰੀ ਡੁਬੋ ਦਿੰਦਾ, ਡੁਬੋ ਕੇ ਅਤੇ ਬਾਹਰ ਐਵੇਂ ਰੱਖ ਦਿੰਦਾ। ਨਾਲ ਹੀ ਇੱਕ ਹੋਰ ਪਾਣੀ ਦਾ ਗਲਾਸ ਪੈਂਦਾ, ਉਹਦੇ ਵਿੱਚ ਸੇਮ ਤਰੀਕੇ ਨਾਲ ਇੱਕ ਹੋਰ ਬੱਗ ਨੂੰ ਐਵੇਂ ਡੁਬੋ ਕੇ ਬਾਹਰ ਰੱਖਦਾ। ਜਿਹੜੇ ਬੱਗ ਨੂੰ ਡੁਬੋ ਕੇ ਪਾਣੀ 'ਚ ਰੱਖਦਾ ਉਹ ਭੱਜ ਜਾਂਦਾ, ਜਿਹੜੇ ਨੂੰ ਅਲਕੋਹਲ 'ਚ ਡੁਬੋ ਕੇ ਬਾਹਰ ਰੱਖਦਾ ਉਹ ਮਰ ਜਾਂਦਾ। ਰਾਈਟ ਵੇ। ਉਹ ਉੱਚੀ ਸਾਰੀ ਆਵਾਜ਼ ਦੇ ਕਹਿੰਦਾ ਬੱਚਿਓ ਕੁਝ ਸਮਝਿਓ, ਆਹ ਪਾਣੀ ਸੀ, ਆਹ ਸ਼ਰਾਬ ਸੀ, ਸਮਝਿਓ, ਆਹ ਦੇਖੋ। ਜਦੋਂ ਕਹਿੰਦਾ ਕੁਝ ਸਮਝਿਓ, ਉਹ ਚਪੜਾਸੀ ਉੱਚਾ ਸਾਰਾ ਹੱਥ ਖੜਾ ਕਰਦਾ। ਉਹ ਕਹਿੰਦਾ ਹਾਂਜੀ ਦੱਸੋ ਕੀ ਸਮਝਿਓ। ਕਹਿੰਦਾ ਜੀ ਇੱਕ ਗੱਲ ਪੱਕੀ ਸਮਝ ਆ ਗਈ ਵੀ ਇਹ ਬੜੀ ਵਧੀਆ ਦਵਾਈ ਹੈ, ਪੇਟ ਦੇ ਸਾਰੇ ਕੀੜੇ ਮਾਰ ਦੇਗੀ। ਯੂ ਨੋ the person who is trying to actually teach them, his message is totally different. ਉਹ ਇਹ ਕਹਿਣਾ ਚਾਹ ਰਿਹਾ, ਉਹ ਇਹ ਜ਼ਹਿਰ ਜੇ, ਇਹ ਕੀੜਾ ਮਾਰਤਾ ਨੇ, ਬੰਦੇ ਮਾਰ ਦੇਗੀ, ਕਿੰਨਾ ਦੇਰ ਲਾਏਗੀ, ਮਰ ਜਾਓਗੇ, ਤੁਹਾਡੇ ਸਾਰੇ ਦੇ ਸਾਰੇ ਜਿਹੜੇ ਨੇ ਆਰਗਨ ਖਰਾਬ ਹੋ ਜਾਣਗੇ, ਸਭ ਚੀਜ਼ਾਂ। ਪਰ ਜਿਹਨੇ ਪਰਸੀਵ ਕੀਤਾ
ਉਹ ਇੱਕ ਡਿਫਰੈਂਟ ਲੈਵਲ ਤੇ ਲੈ ਰਿਹਾ। ਸੋ ਇਹ ਜ਼ਰੂਰੀ ਨਹੀਂ ਜਿਵੇਂ ਮੈਸੇਜ ਆ ਰਿਹਾ ਹੈ ਤੁਸੀਂ ਉਸੇ ਤਰੀਕੇ ਨਾਲ ਪਰਸੀਵ ਕਰੋ। ਉਹਦੇ ਲਈ ਆਪਣੇ ਆਪ ਨੂੰ ਪ੍ਰਪੇਅਰ ਕਰਨਾ, ਆਪਣੇ ਆਪ ਦੇ ਉੱਤੇ ਕੰਮ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਕਈ ਵਾਰ ਅਸੀਂ ਕਹਿੰਦੇ ਆ ਨਾ ਗੁਰਬਾਣੀ ਤੇ ਹੈ, ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਗੁਰੂ ਸਾਹਿਬ ਕੀ ਕਹਿ ਰਹੇ ਨੇ। ਭਾਈ ਆਪਣੀ ਪ੍ਰੈਪਰੇਸ਼ਨ ਕਰੋ, ਆਪਣੇ ਆਪ ਤੇ ਕੰਮ ਕਰੋ। ਇਹ ਹਾਇਰ ਲੈਵਲ ਦਾ ਮੈਸੇਜ ਆ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਉਸ ਲੈਵਲ ਤੇ ਲਿਆਓਗੇ ਤੁਹਾਨੂੰ ਪਤਾ ਲੱਗੇਗਾ ਕਿ ਐਕਚੁਅਲੀ ਬਾਣੀ ਦਾ ਮੈਸੇਜ ਕੀ ਆ ਰਿਹਾ। ਮੈਂ ਬਾਤ ਕਰ ਰਿਹਾ ਸੀ ਨਿਊਰੋ ਸਾਇੰਸਿਸ ਦੇ ਵਿੱਚੋਂ ਦੇਰ ਆਰ 5 ਵੇ ਟੂ ਪਰਸੀਵ ਐਨੀ ਕਾਈਂਡ ਆਫ ਮੈਸੇਜ। ਵੈਰੀ ਫਸਟ ਲੈਵਲ ਜਿਹੜਾ ਹੈਗਾ ਉਹ ਹੈਗਾ ਕਿ ਜਦੋਂ ਕੋਈ ਮੈਸੇਜ ਸਾਡੇ ਤੱਕ ਪਹੁੰਚਣ ਵਾਸਤੇ ਕੋਈ ਤੋਂ ਆਉਂਦਾ ਹੈਗਾ, ਅਸੀਂ ਉਸ ਦੇ ਪਰਸੀਵ ਕਰਨ ਤੋਂ ਪਹਿਲਾਂ ਜਿਹੜੀ ਸਾਡੀ ਇਮੈਜੀਨੇਸ਼ਨ ਆ ਉਹ ਓਪਨ ਹੋ ਜਾਂਦੀ ਹੈ। ਅਜੇ ਕਿਸੇ ਨੇ ਛੋਟੀ ਜਿਹੀ ਗੱਲ ਕਹੀ ਹੈ, ਜਿਵੇਂ ਸਪੋਜ਼ ਕਰੋ ਮੈਂ ਕਹਾਣੀ ਸ਼ੁਰੂ ਕੀਤੀ ਸੀ, ਤੇ ਜੇ ਤੁਹਾਡੀ ਇਮੈਜੀਨੇਸ਼ਨ ਤੇ ਬੱਚਾ ਇਸੇ ਕਰਕੇ ਨਹੀਂ ਗੱਲ ਐਗਜ਼ੈਕਟਲੀ ਪਰਸੀਵ ਕਰ ਪਾਉਂਦਾ ਜਿਵੇਂ ਤੁਸੀਂ ਕਹਿ ਰਹੇ ਹੋ, ਕਿਉਂਕਿ ਉਹਦੀ ਇਮੈਜੀਨੇਸ਼ਨ ਬੜੀ ਹਾਈ ਹੁੰਦੀ ਹੈ। ਕੀ ਹੁੰਦਾ ਕਿ ਜਿਵੇਂ ਤੁਸੀਂ ਮਾੜੀ ਜੀ ਗੱਲ ਕਹਿਣ ਲੱਗੇ, ਬੱਚੇ ਆਪਣੀ ਇਮੈਜੀਨੇਸ਼ਨ ਕਰਨੀ ਸ਼ੁਰੂ ਕਰਤੀ, ਬਾਕੀ ਰੈਸਟ ਆਫ ਜਿਹੜੀ ਟਾਕ ਸੀਗੀ ਦੈਟ ਆਲਰੇਡੀ ਐਕਚੁਅਲੀ ਹੈਵ ਬੀਨ ਮਿਸਡ। ਉਹਨੂੰ ਪਤਾ ਹੀ ਨਹੀਂ ਬਾਅਦ 'ਚ ਕੀ ਕਿਹਾ ਗਿਆ। ਉਹਨੇ ਤੇ ਪਹਿਲੀਆਂ 2 ਜਾਂ 3 ਚੀਜ਼ਾਂ ਸੁਣੀਆਂ, ਉਹਨੂੰ ਕਲਪਨਾ ਕਰਨੀ ਸ਼ੁਰੂ ਕਰਤੀ, ਇਮੈਜੀਨੇਸ਼ਨ। ਇਹਦਾ ਮਤਲਬ ਕਿਹਾ ਜਾਂਦਾ ਬੱਚੇ ਨੂੰ ਛੋਟੀ ਜੀ ਗੱਲ ਦੱਸੋ, ਬਸ ਥੋੜੀ ਜੀ ਗੱਲ, ਥੋੜੇ ਜਿਹੇ ਲਫ਼ਜ਼ ਸਿੰਪਲ, ਉਹਨਾਂ ਨੂੰ ਰਿਪੀਟ ਕਰ ਦਿਓ, ਰੈਪੀਟੀਸ਼ਨ ਕਰੋ ਉਹਨਾਂ ਦੀ। ਮਨ ਦੇ ਵਿੱਚ ਵੀ ਸ਼ੁਰੂਆਤ ਦੇ ਵਿੱਚ ਸਿਮਰਨ ਦਾ ਲੈਵਲ ਇਹੀ ਹੁੰਦਾ। ਜੇ ਅਸੀਂ ਬਹੁਤ ਜ਼ਿਆਦਾ ਆਪਣੇ ਮਨ ਨੂੰ ਇੱਕਦਮ ਫਿਲਾਸਫੀਕਲ ਸਾਈਡ ਤੋਂ ਬਹੁਤ ਕੁਝ ਦੱਸਣਾ ਚਾਹੋ, ਬਹੁਤ ਕੁਝ ਸਮਝਾਉਣਾ ਚਾਹੋ, ਮਨ ਬਿਲਕੁਲ ਬਲੈਂਕ ਹੋ ਜਾਂਦਾ। ਇਹ ਬਿਲਕੁਲ ਅੱਜ ਦੀ ਨਿਊਰੋ ਸਾਇੰਸਿਸ ਸਟੱਡੀਜ਼ ਆਈਆਂ ਸਾਡੇ ਸਾਹਮਣੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਪਹਿਲਾ ਲੈਵਲ ਇਹ ਹੈਗਾ ਕਿ ਬੰਦਾ ਇਮੈਜੀਨੇਸ਼ਨ ਵਿੱਚ ਚਲਾ ਜਾਂਦਾ ਹੈ। ਦੂਸਰਾ ਹੈਗਾ ਜਿਹੜੀ ਸਾਡੀ ਕੋਈ ਐਗਜ਼ਿਸਟਿੰਗ ਮੈਮਰੀ ਹੈ ਉਸੇ ਗੱਲ ਦੇ ਨਾਲ ਰਿਲੇਟਡ, ਉਹ ਕਈ ਵਾਰ ਉਸ ਨੂੰ ਓਵਰਲੈਪ ਕਰ ਜਾਂਦੀ ਹੈ। ਤੁਸੀਂ ਕੋਈ ਗੱਲ ਸੁਣਨ ਲੱਗੇ, ਕੋਈ ਗੱਲ ਕਰਨ ਲੱਗਾ, ਇੱਕਦਮ ਤੁਹਾਡੀ ਕੋਈ ਆਪਣੀ ਉਹਦੇ ਨਾਲ ਕੋਈ ਮੈਮਰੀ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਲਿੰਕ ਕਰਦੀ ਹੈਗੀ ਹੈ। ਹੋਏਗਾ ਕਿ ਉਹ ਗੱਲ ਅਜੇ ਹੋ ਰਹੀ ਹੋਏਗੀ, ਤੁਸੀਂ ਉਸ ਨੂੰ ਪਕੜਨਾ ਤੇ ਕੀ ਹੈ, ਤੁਸੀਂ ਆਪਣੀ ਉਸ ਮੈਮਰੀ ਵਾਪਸ ਰੀਵਿਜ਼ਿਟ ਕਰਨ ਲਈ ਚਲੇ ਗਏ। ਅਗਲੇ ਨੇ ਗੱਲ ਖਤਮ ਕਰਤੀ, ਉਹਨੇ ਤੁਹਾਨੂੰ ਪੁੱਛਿਆ, ਮੈਂ ਤੁਹਾਨੂੰ ਗੱਲ ਦੱਸ ਰਹੀ, ਪਤਾ ਲੱਗ ਗਿਆ, ਤੁਸੀਂ ਕਿਹਾ ਸੌਰੀ ਐਕਚੁਅਲੀ ਨਾ ਮੈਂ ਲੌਸਟ ਹੋ ਗਿਆ ਸੀਗਾ, ਕੈਨ ਯੂ ਰਿਪੀਟ ਇਟ ਅਗੇਨ। ਵਾਟ? ਬਟ ਯੂ ਵਰ ਹੇਅਰ, you were listening all the time and I was talking, but how can you miss it? ਕੋਈ ਕਾਰਨ ਇਹ ਹੈ, ਕੋਈ ਐਗਜ਼ਿਸਟਿੰਗ ਮੈਮਰੀ ਨਾਲ ਲੱਗੇ। ਜਿਵੇਂ ਜਿਵੇਂ ਬੰਦੇ ਏਜਡ ਹੋ ਜਾਂਦੇ ਨੇ ਉਹਨਾਂ ਦੀ ਸਮੱਸਿਆ ਬਣਦੀ ਹੈ। ਇਸੇ ਕਰਕੇ ਅੰਗਰੇਜ਼ੀ ਦੀ ਇੱਕ ਸੇਇੰਗ ਹੈ, you cannot teach new tricks to old dogs। ਜਿਹੜਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਆਉਂਦੀਆਂ ਨੇ। ਇਹ ਦੂਸਰਾ ਲੈਵਲ ਹੈ ਜਦੋਂ ਬੰਦੇ ਨੂੰ ਪਰਸੀਵ ਕਰਨ ਵਾਸਤੇ ਇੱਕ ਹਰਡਲ ਆਉਂਦਾ ਹੈਗਾ। ਤੀਸਰਾ ਤੇ ਚੌਥਾ ਰਿਲੇਟ ਕਰਦਾ ਆ, ਉਹ ਹੁੰਦਾ ਹੈ ਬੰਦੇ ਨੇ ਆਲਰੇਡੀ ਇੱਕ ਜਿਹੜਾ ਹੈਗਾ ਪ੍ਰੀ ਡਿਸਾਈਡਡ ਥਾਟ ਬਣਾਇਆ ਹੁੰਦਾ। ਜਿਵੇਂ ਸਪੋਜ਼ ਕਰੋ ਅਮਰੀਕਾ ਦੇ ਵਿੱਚ ਤੁਸੀਂ ਦੇਖਦੇ ਹੋ ਜਿਹੜਾ ਟਰੰਪ ਤੇ ਟਰੰਪ ਦੇ ਅਗੇਂਸਟ ਇਤਨੀ ਮਤਲਬ ਇਸ ਕਿਸਮ ਦੀ ਲੌਬਿੰਗ ਹੋਈ ਹੈ, ਇਸ ਕਿਸਮ ਦੇ ਨਾਲ ਐਡਵੋਕੇਸੀ ਗਰੁੱਪ ਜਿਹੜੇ ਨੇ ਕੰਮ ਕੀਤਾ ਆ ਪੂਰੀ ਤਰ੍ਹਾਂ। ਜਿਹੜਾ ਟਰੰਪ ਦੀ ਫੇਵਰ ਵਿੱਚ ਹੈਗਾ ਆ, ਜਿੱਡੀ ਮਰਜ਼ੀ ਕੋਈ ਚੰਗੀ ਗੱਲ ਵੀ ਟਰੰਪ ਦੀ ਆ ਜਾਏ, ਉਹਨੇ ਕਹਿਣਾ ਇਹ ਪਾਲਿਸ਼ ਕੀਤੀ ਹੈ, ਠੀਕ ਨਹੀਂ ਹੈਗੀ, ਕਿਉਂਕਿ ਜਿਹੜੀ ਐਗਜ਼ਿਸਟਿੰਗ ਆਲਰੇਡੀ ਉਹਦੇ 'ਚ ਜਿਹੜੀ ਰਾਏ ਬਣੀ ਹੋਈ ਹੈ ਉਹ ਕਦੀ ਉਹਨੂੰ ਉਸ ਲੈਵਲ ਤੇ ਪਰਸੀਵ ਨਹੀਂ ਕਰਨ ਦੇਗੀ। ਜਿਹੜਾ ਉਹਦੀ ਫੇਵਰ ਵਿੱਚ ਖੜਾ ਆ ਉਹਨੂੰ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਵੀ ਇਸ ਤੋਂ ਮਾੜਾ ਬੰਦਾ ਕੋਈ ਨਹੀਂ, ਤੇ ਮੂਰਖ ਨੂੰ ਅਕਲ ਹੀ ਕੁਛ ਨਹੀਂ ਹੈਗੀ, ਉਹ ਕਹੇਗਾ ਨੋ ਵੇ ਤੈਨੂੰ ਨਹੀਂ ਪਤਾ ਹੈਗਾ, ਐਕਚੁਅਲੀ ਫੇਕ ਨਿਊਜ਼ ਹੈ ਸਭ। ਇਹ 2 ਲੈਵਲ ਨੇ। ਸੋ ਇਸ ਤਰੀਕੇ ਨਾਲ 4 ਹੋ ਗਏ, ਇਮੈਜੀਨੇਸ਼ਨ, ਐਗਜ਼ਿਸਟਿੰਗ ਮੈਮਰੀ, ਬਾਇਸ ਔਨ ਐਨੀ ਵੇ, ਫੇਵਰ ਔਰ ਇਨ ਐਕਚੁਅਲੀ ਜਿਹੜਾ ਹੈਗਾ ਇਨ ਓਪੋਜੀਸ਼ਨ ਬੋਥ ਸਾਈਡ। ਜਿਹੜਾ ਇੱਕ 5th ਲੈਵਲ ਆਉਂਦਾ ਉਹ ਹੈਗਾ ਆ, ਉਹਨੂੰ ਕਹਿੰਦੇ ਨੇ ਕਿ ਇਕੁਅਲ ਲੈਵਲ ਤੇ, ਟੇਬਲ ਫੈਨ ਲੈਵਲ ਕਹਿੰਦੇ ਨੇ ਉਹਨੂੰ। ਜਿਵੇਂ ਜਿਹੜੇ ਟੇਬਲ ਫੈਨ ਚੱਲਦਾ ਨਾ, ਪੱਖਾ ਚੱਲਦਾ ਹੁੰਦਾ ਜਿਹੜਾ ਟੇਬਲ ਤੇ ਰੱਖ ਕੇ ਚਲਾਉਂਦੇ ਅਸੀਂ, ਛੋਟਾ ਪੱਖਾ, ਤੇ ਉਹ ਜੇ ਉਸ ਤੋਂ ਥੋੜ੍ਹਾ ਉੱਚੇ ਚਲੇ ਜਾਓ ਤਾਂ ਵੀ ਹਵਾ ਨਹੀਂ ਆਉਂਦੀ, ਥੱਲੇ ਆ ਜਾਓ ਤਾਂ ਵੀ ਨਹੀਂ ਹਵਾ ਆਉਂਦੀ, ਉਹਦੇ ਬਰਾਬਰ ਆ ਜਾਣਾ। ਕਈ ਵਾਰ ਐਸਾ ਹੁੰਦਾ ਜਿਵੇਂ ਗੱਲ ਕਹੀ ਜਾਂਦੀ ਹੈ ਉਵੇਂ ਪਰਸੀਵ ਹੋ ਜਾਂਦੀ ਹੈ। ਇਹਨੂੰ ਕਹਿੰਦੇ ਨੇ ਸੋਇੰਗ ਸੀਡ ਹੋਣਾ, ਭਾਵ ਜਿਵੇਂ ਬੀਜ ਬੀਜਣਾ ਚਾਹਿਆ, ਬੀਜ ਬੀਜਿਆ ਗਿਆ, ਉਸ ਰੂਪ ਵਿੱਚ ਬਾਤ ਆਈ। ਇਸ ਸਾਰੇ ਦੇ ਅੰਦਰ ਜਿਹੜੀ ਬਾਤ ਮੌਲਿਕ ਰੂਪ ਵਿੱਚ ਮੈਂ ਕਹਿਣ ਲੱਗਾ ਸੀਗਾ, ਜਿਹੜਾ ਸਭ ਤੋਂ ਵੱਡਾ ਰੋਲ ਪਲੇ ਕਰਦੀ ਹੈਗੀ ਉਹ ਹੈ ਸਾਡੀ ਘਮੰਡ ਦੀ ਬਿਰਤੀ, ਅਹੰਕਾਰ। ਆਈ ਨੋ, ਯੂ ਡੋਂਟ ਹੈਵ ਟੂ ਟੈਲ ਮੀ, ਬਸ ਇਹ ਬਹੁਤ ਹੈ।
ਇੰਨੀ ਹੀ ਅਲਾਮਤ ਜਿਹੜੀ ਹੈ ਇਹ ਬੜੀ ਖਤਰਨਾਕ ਹੁੰਦੀ ਹੈ। ਆਪ ਦੇਖੋਗੇ, ਮੈਂ ਰੀਸੈਂਟਲੀ ਬਾਈ ਚਾਂਸ CBC ਤੇ ਕੁਝ ਦੇਖ ਰਿਹਾ ਸੀਗਾ, ਇੱਕ ਡਾਕੂਮੈਂਟਰੀ ਆਈਡੀਆ ਆਫ ਇੰਡੀਆ, ਬਾਈ ਚਾਂਸ ਕਿਤੇ ਮੈਂ ਲਗਾਇਆ ਤਾਂ ਉਹ ਚੱਲ ਰਿਹਾ ਸੀਗਾ, ਤਾਂ ਮੈਂ ਦੇਖਣ ਲੱਗ ਗਿਆ। ਅਤੇ ਉਹਦੇ 'ਚੋਂ ਕੰਪੈਰੇਟਿਵ ਕਰ ਰਹੇ ਸੀਗੇ, ਡਾਕਟਰ ਅੰਬੇਡਕਰ ਦੀ ਗੱਲ ਹੋ ਰਹੀ ਸੀ, ਅਤੇ ਨਾਲ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਦੀ ਗੱਲ ਵੀ ਉਹਨਾਂ ਕੀਤੀ, ਅਤੇ ਕੁਝ ਹੋਰ ਬੰਦਿਆਂ ਦੀ ਗੱਲ ਕੀਤੀ। ਅਤੇ ਉਹ ਕਹਿੰਦੇ ਕਿ ਡਾਕਟਰ ਅੰਬੇਡਕਰ ਦਾ ਕੈਲੀਬਰ ਜਿਹੜਾ ਸੀਗਾ, ਇੱਕ ਲੈਵਲ 'ਤੇ ਉਹਨੇ ਖੁਦ ਇਹ ਬਾਤ ਕਹੀ ਜਦੋਂ ਕੌਂਸਟੀਟਿਊਸ਼ਨ ਬਣ ਰਿਹਾ ਸੀਗਾ, ਵੈਨ ਦਾ ਥਰਡ ਰੀਡਿੰਗ ਵਾਜ਼ ਹੈਪਨਿੰਗ ਆਫ ਦੈਟ ਇੰਡੀਅਨ ਕੌਂਸਟੀਟਿਊਸ਼ਨ, ਉਹ ਕਹਿੰਦਾ, ਉਹਨੇ ਖੁਦ ਕਿਹਾ, ਉਹ ਕਹਿੰਦਾ ਕਿ ਜੇ ਮੇਰਾ ਵੱਸ ਚੱਲੇ ਤਾਂ ਮੈਂ ਇਸ ਡਾਕੂਮੈਂਟ ਨੂੰ ਹੁਣੀ ਬਰਨ ਕਰ ਦਿਆਂ। ਆਮ ਨੋਟ ਐਕਚੁਅਲੀ ਇਨ ਫੇਵਰ ਆਫ ਪ੍ਰੋਡਿਊਸਿੰਗ ਦਿਸ ਡਾਕੂਮੈਂਟ ਐਂਡ ਪ੍ਰੈਜ਼ੈਂਟਿੰਗ ਦਿਸ ਡਾਕੂਮੈਂਟ ਫਾਰ ਮਾਈ ਪਬਲਿਕ। ਇੱਥੋਂ ਬਾਤ ਸ਼ੁਰੂ ਹੋ ਗਈ। ਫਿਰ ਅੱਗੇ ਜਾ ਕੇ ਬਾਤ ਕਹਿੰਦਾ, ਉਹ ਕਹਿੰਦਾ ਗੱਲ ਹੈਗੀ ਕਿ ਉਹਦੇ ਕੋਲ ਬਹੁਤ ਕੈਲੀਬਰ ਸੀਗਾ, ਉਹਦੇ ਕੈਲੀਬਰ ਤੋਂ ਇੰਡੀਅਨ ਪੋਲੀਟਿਕਸ ਬੜਾ ਫਾਇਦਾ ਚੱਕ ਸਕਦੀ ਸੀ, ਪਰ ਮੁਸ਼ਕਿਲ ਇਹ ਬਣ ਗਈ, ਜਿਹੜੇ ਪੋਲੀਟੀਸ਼ੀਅਨਸ ਉੱਥੇ ਬੈਠੇ ਸੀ ਨਾ, ਇਤਨੇ ਘਮੰਡੀ ਸੀ, ਇਤਨੇ ਹੰਕਾਰੀ ਸੀਗੇ। ਉਹਨਾਂ ਕਿਹਾ ਇਹ ਕੌਣ ਹੁੰਦਾ ਸਾਨੂੰ ਦੱਸਣ ਵਾਲਾ, ਕਿਉਂਕਿ ਜਿਹੜਾ ਲੋਅਰ ਕਾਸਟ ਵਾਲਾ ਤੇ ਉਹ ਸਾਰਾ ਸਿਨੈਰੀਓ ਪਿੱਛੇ ਵੱਜਾ ਸੀਗਾ, ਉਹ ਸਾਰੇ ਨੇ ਉਹਦੀ ਇਸ, ਨਹੀਂ ਤੇ ਜਿਸ ਲੈਵਲ ਤੇ ਅੱਜ ਲੋਕ ਸਫਰ ਕਰ ਰਹੇ ਨੇ ਸਾਰਾ ਕੁਝ, ਉਹ ਕਹਿੰਦਾ ਕਦੀ ਨਹੀਂ ਸੀ ਹੋ ਸਕਦਾ। ਉਹ ਇਹੋ ਜਿਹੀਆਂ ਚੀਜ਼ਾਂ ਬਿਆਨ ਕਰ ਰਹੇ। ਸੋ ਇਹ ਕੀ ਹੈ? ਕਮੰਡ। ਤੂੰ ਮੈਨੂੰ ਦੱਸੇਗਾ? ਇਹ ਤੇ ਗੁਰੂ ਸਾਹਿਬ ਨੇ ਬਾਣੀ ਮਹਾਰਾਜ ਨੇ ਸਾਨੂੰ ਅਹਿਸਾਸਿਆ। ਆਪ ਦੇਖੋ, ਜੇ ਬਾਣੀ ਦਾ ਹੀ ਬਚਨ ਪੜ੍ਹਦੇ ਆ, ਜ਼ਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਲੋਕੀ ਗੁਮਾਨ ਗਰਭ ਮੇਰਾ ਲਾਸਟ ਨੇਮ ਫਲਾਂ, ਮੇਰੀ ਜਾਤ ਆ, ਮੇਰਾ ਇਸ ਰੂਪ ਦੇ 'ਚ। ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਜਿਨ੍ਹਾਂ ਨੂੰ ਲੋਕਾਂ ਨੇ ਅਛੂਤ ਕਿਹਾ ਸੀ, ਅਨਟੱਚੇਬਲ, ਭਗਤ ਰਵਿਦਾਸ ਸਰੀਖੀਆਂ ਰੂਹਾਂ, ਅਸੀਂ ਉਹਨਾਂ ਦੇ ਹੁਕਮਨਾਮੇ ਪੜ੍ਹਦੇ ਹਾਂ, ਹੁਕਮਨਾਮੇ ਸੁਣਦੇ ਹਾਂ, ਹੁਕਮਨਾਮੇ ਸੁਣ ਕੇ ਮੱਥੇ ਟੇਕਦੇ ਆ ਅੱਗੇ। ਸ਼ੁਕਰ ਹੈ ਬੰਦੇ ਨੂੰ ਜੇ ਸਹੀ ਰੂਪ ਵਿੱਚ ਚੀਜ਼ ਪਰਸੀਵ ਕਰਨੀ ਆ ਜੇ ਨਾ, ਮਤਲਬ ਜਿਹੜੀ ਅਕਲ ਆ, ਸੋਝੀ ਹੈ, ਇਹ ਲੈਣ ਵਾਸਤੇ ਕੋਈ ਘੁਮੰਡ, ਕੋਈ ਗੁਮਾ, ਕੋਈ ਚੀਜ਼ ਰਾਹ 'ਚ ਰੋਕ ਨਹੀਂ ਆਉਣੀ ਚਾਹੀਦੀ। ਸਿੱਖਣ ਵਾਸਤੇ ਬੰਦੇ ਨੂੰ ਆਪਣਾ ਪੱਲਾ ਇਸ ਤਰੀਕੇ ਨਾਲ ਜਿਹੜਾ ਹੈ ਕਰ ਲੈਣਾ ਚਾਹੀਦਾ ਹੈਗਾ। ਗੁਰੂ ਬਾਬਾ ਜੀ ਨੇ ਬਚਨ ਲਿਖਿਆ ਹੈ, ਹਉਮੈ ਮਾਰ ਬਜਰ ਕਪਾਟ ਖੁਲਾਇਆ, ਅੰਦਰ ਦੇ ਬਜਰ ਕਪਾਟ ਖੁੱਲ ਗਏ, ਅੰਦਰ ਦੀ ਬਾਤ ਖੁੱਲ ਗਈ ਕਿ ਮੇਰੇ ਅੰਦਰ ਸਿੱਖਿਆ ਲੈਣੀ ਹੈ। ਕਿਤੋਂ ਵੀ ਇਸ ਸ਼ਬਦ ਪੜ੍ਹਦੇ ਹਾਂ, ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਅਨੋਨੀਮਸਲੀ ਐਨੀਵਨ, ਮਤਲਬ ਮੈਨੂੰ ਕੋਈ ਬੰਦਸ਼ ਨਹੀਂ ਕਿਸੇ ਦੇ ਨਾਲ, ਮੈਂ ਕਿਸੇ ਜ਼ਾਤ, ਕਿਸੇ ਖਾਸ ਰੂਪ ਦੇ ਵਿੱਚ ਬੱਝ ਕੇ ਨਹੀਂ ਬੈਠਣਾ ਚਾਹੁੰਦਾ। ਸੋ ਇੱਥੇ ਬਚਨ ਉਹਦਾ ਆਇਆ, ਬਜਰ ਕਪਾਟ ਖੁਲਾਇਆ। ਫਿਰ ਕਿਆ? ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਜਿਹੜਾ ਨਾਮ ਆ ਇੱਕ ਅਮੋਲਕ ਦਾਤ ਹੈ। ਗੁਰ ਪ੍ਰਸਾਦੀ ਪਾਇਆ, ਗੁਰੂ ਦੇ ਪ੍ਰਸਾਦ ਦੇ ਰੂਪ ਦੇ ਵਿੱਚ, ਬਖਸ਼ਿਸ਼ ਦੇ ਰੂਪ ਦੇ ਵਿੱਚ। ਜਿਹੜਾ ਅੱਜ ਅਸੀਂ ਅਮਰੀਕਨ ਡ੍ਰੀਮ ਦੇਖਦੇ ਹਾਂ, ਜਿਹੜਾ ਸੁਪਨਾ ਲੋਕੀ ਅਮਰੀਕਾ ਜਾ ਕੇ ਲੈਂਦੇ ਨੇ, ਦੁਨੀਆ ਭਰ ਦੇ 'ਚ ਅਮਰੀਕਾ ਪਹੁੰਚ ਜਾਈਏ, ਇੱਥੇ ਲਾਈਫ ਇੰਜੋਏ ਕਰਾਂਗੇ, ਸਾਰਾ ਕੁਝ ਇਸ ਤਰੀਕੇ ਦੇ ਨਾਲ। ਨੋ ਡਾਊਟ ਬੜੇ ਰਿਸੋਰਸਿਸ ਸੀ ਇਹਨਾਂ ਦੇ ਕੋਲ ਐਡੀ ਵੱਡੀ ਲੈਂਡ ਸੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਟੋਟਲੀ, ਮਤਲਬ ਨਵੀਂ ਜ਼ਮੀਨ ਸੀ ਯੂਰਪ ਤੋਂ ਆਏ ਲੋਕਾਂ ਵਾਸਤੇ। ਟਨਸ ਆਫ ਰਿਸੋਰਸਿਸ ਸੀਗੇ, ਉਹਨਾਂ ਨੂੰ ਯੂਜ਼ ਕਰ ਸਕਦੇ ਸੀ। ਪਰ ਇਹ ਸਾਰਾ ਕੁਝ ਹੌਲੀ ਹੌਲੀ ਇੱਕ ਲੈਵਲ 'ਤੇ ਜਾ ਕੇ ਖਤਮ ਹੋਣ ਵਾਲੇ ਪਾਸੇ ਵੱਧ ਰਿਹਾ ਸੀਗਾ। ਉਸ ਸਮੇਂ ਦੇ ਵਿੱਚ ਕਿਹਾ ਗਿਆ, ਓਕੇ ਆਪਾਂ ਇੱਕ ਕੰਮ ਕਰਦੇ ਹਾਂ, ਕਿਉਂਕਿ ਨਵਾਂ ਦੌਰ ਜਿਹੜਾ ਹੈ ਉਹ ਆ ਰਿਹਾ ਹੈ IT ਦਾ, ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦਾ। ਫਿਰ ਇਹਦੇ ਨਾਲ ਇਨੋਵੇਟਿਵ ਦੁਨੀਆ 'ਚ ਲੈ ਕੇ ਜਾਣਾ ਆ। ਆਪਾਂ ਇੱਕ ਕੰਮ ਕਰੀਏ, ਦੁਨੀਆ ਭਰ ਦਾ ਬ੍ਰੇਨ ਜਿਹੜਾ ਆ ਉਹ ਸਪੰਜ ਦੀ ਤਰ੍ਹਾਂ ਚੁੱਕ ਕੇ ਲਿਆਈਏ, ਇੱਥੇ ਲਿਆ ਕੇ ਉਹਨੂੰ ਜਿਹੜਾ ਹੈਗਾ ਡੰਪ ਕਰ ਦਈਏ। ਜਿਹੜੀ ਅੱਜ ਅਮਰੀਕਾ ਆ, ਇਹ ਸਾਰੇ ਖਿੱਤੇ ਦੀ ਕਿਸਮਤ ਲਿਖੀ ਜਾ ਰਹੀ ਹੈ। ਅੱਜ ਵੀ ਤੁਸੀਂ ਦੇਖੋ, ਜਿਹੜੀਆਂ ਵੱਡੀਆਂ ਇਹਨਾਂ ਦੀਆਂ ਮਲਟੀਨੈਸ਼ਨਲਸ ਹੈਗੀਆਂ ਨੇ, ਉਹ ਸਾਰੀਆਂ ਹੀ ਕੁਛ ਕਰ ਰਹੀਆਂ ਨੇ। ਤੇ ਇਹਦੇ 'ਚ ਕੋਈ ਕਿਸੇ ਕਿਸਮ ਦਾ ਕੋਈ ਪਰਹੇਜ਼ ਨਹੀਂ ਹੈਗਾ। ਕੋਈ ਅਫਰੀਕਨ ਹੈ, ਕੋਈ ਗੋਰਾ ਆ, ਕੋਈ ਕਾਲਾ ਆ, ਕੋਈ ਕਿਸੇ ਜਿੱਥੋਂ ਮਰਜ਼ੀ ਆ ਰਿਹਾ ਹੈਗਾ। ਈਵਨ ਪਦਾਰਥਕ ਦੁਨੀਆ ਦੇ ਵਿੱਚ ਵੀ ਤਰੱਕੀ, ਬੰਦਾ ਜਦੋਂ ਸਾਰੀਆਂ ਬੰਦਸ਼ਾਂ ਤੋੜਦਾ ਆ, ਉਸ ਤੋਂ ਬਾਅਦ ਆਉਂਦੀ ਹੈਗੀ ਹੈ। ਤੇ ਜੇ ਆਪਾਂ ਅਕਲ ਸੋਝੀ ਦੀ ਬਾਤ ਕਰੀਏ, ਮੈਂ ਬਰਗਨ ਕਾਊਂਟੀ ਸੀਗਾ ਕਾਫੀ ਸਾਲ ਪਹਿਲਾਂ, ਤੇ ਉੱਥੇ ਮੈਂ ਕੁਝ ਸਕੂਲਾਂ ਦਾ ਸਿਸਟਮ ਦੇਖਿਆ, ਤੇ ਬਹੁਤ ਕਮਾਲ ਦੇ ਸਕੂਲ, ਬੱਚਿਆਂ ਦਾ ਮੈਂ ਦੇਖਿਆ ਪੜ੍ਹਾਈ ਦਾ ਲੈਵਲ ਬੜਾ ਹਾਇਰ। ਤੇ ਉੱਥੇ ਮੇਰੇ ਮਿੱਤਰ ਹੈਗੇ ਨੇ, ਲਾਇਰ ਨੇ ਬੜੇ ਵੱਡੇ, ਤੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਇਹ ਕਾਰਨ ਕੀ ਹੈ? ਉਹ ਕਹਿੰਦੇ ਵੀ ਸਭ ਤੋਂ ਵੱਡਾ ਕਾਰਨ ਤੇ ਇੱਕ ਆ ਕਿ ਇਹਨਾਂ ਨੂੰ ਪਤਾ ਲੱਗ ਜੇ, ਇੱਥੇ ਜਿਹੜਾ ਹੈਗਾ ਸਕੂਲਾਂ ਵਾਲਿਆਂ ਨੂੰ, ਇੱਥੋਂ ਵਾਲਿਆਂ ਨੂੰ, ਕਿ ਇੱਕ ਟੀਚਰ ਆ ਟੈਕਸਸ ਦੇ ਵਿੱਚ ਮੈਥ ਬੜਾ ਵਧੀਆ ਪੜ੍ਹਾ ਸਕਦਾ, ਬਹੁਤ ਕਮਾਲ ਦਾ,
ਉਹਨੂੰ ਓਪਨ ਬਲੈਂਕਟ ਜਿਹੜਾ ਹੈਗਾ ਚੈੱਕ ਭੇਜ ਦੇਣਗੇ, ਆਪਣੇ ਆਪ ਨੂੰ ਆਪ ਪੇ ਲਿਖ ਕੇ ਆ ਜਾ ਇੱਥੇ। ਕੋਈ ਅਮਰੀਕਾ 'ਚ ਆਮ ਕਰਕੇ ਕਹਿੰਦਾ ਥੋੜ੍ਹੀ ਸੋਸਾਇਟੀ ਰੇਸਿਸਟ ਹੈਗੀ ਹੈ, ਇਸ ਤਰੀਕੇ ਨਾਲ ਬਲੈਕ ਲਾਈਵਜ਼ ਮੈਟਰਸ ਵਗੈਰਾ ਇਹੋ ਜਿਹੀਆਂ ਮੂਵਮੈਂਟ ਚੱਲਦੀਆਂ ਨੇ। ਉਹ ਕਹਿੰਦੇ ਤੁਹਾਨੂੰ ਇਸ ਕਾਊਂਟੀ 'ਚ ਨਹੀਂ ਮਿਲੇਗਾ ਕੁਛ ਵੀ। ਇੱਥੇ ਬਿਲਕੁਲ ਐਗਜ਼ੈਕਟਲੀ ਸਿਰਫ ਇੱਕੋ ਚੀਜ਼ ਦੀ ਕਦਰ ਆ, ਗੁਣ ਦੀ, ਤੇ ਗੁਣ ਕਿਸੇ ਕੋਲ ਵੀ ਹੋਏ ਉਹ ਕਹਿੰਦੇ ਤੁਸੀਂ ਦੇਖੋ ਜਾ ਕੇ ਅੰਦਰ ਵੈਰਾਈਟੀਫੁਲ ਤੁਹਾਨੂੰ ਜਿਹੜਾ ਹੈਗਾ ਬੜੇ ਵੱਖਰੇ ਵੱਖਰੇ ਬੜੇ ਵੈਰੀ ਕਰਨਗੇ। ਕੋਈ ਟੀਚਰ ਬਿਲਕੁਲ ਜਿਹੜਾ ਹੈਗਾ ਮੈਕਸੀਕਨ ਐਕਸੈਂਟ ਦੇ ਨਾਲ ਆ, ਕੋਈ ਜਿਹੜਾ ਹੈਗਾ ਕਾਲਾ ਆ, ਕੋਈ ਵੱਖਰੇ ਵੱਖਰੇ ਰੂਪ ਦੇ 'ਚ। ਐਵੇਂ ਦਾ ਤੁਹਾਨੂੰ ਸਕੂਲ ਆਲੇ ਦੁਆਲੇ ਸ਼ਾਇਦ ਨਾ ਮਿਲ ਸਕੇ ਇਸ ਤਰੀਕੇ ਨਾਲ। ਇਹ ਬਾਤ ਆ ਜਦੋਂ ਬੰਦਾ ਘਮੰਡ ਗੁਮਾਨ ਸਭ ਤੋਂ ਸਿੱਖਣ ਲਈ ਤਿਆਰ ਹੋ ਜਾਏ। ਗੁਰੂ ਬਾਬਾ ਜੀ ਨੇ ਕਿਹਾ ਨਾਮ ਅਮੋਲਕ ਗੁਰੂ ਪ੍ਰਸਾਦੀ ਪਾਇਆ। ਇਹ ਗੁਰੂ ਦਾ ਪ੍ਰਸਾਦ ਹੈ। ਜਦੋਂ ਤੁਸੀਂ ਗੁਣ ਦੇ ਗਾਹਕ ਹੋ, ਸੋਝੀ ਦੇ ਗਾਹਕ ਹੋ, ਸਿਰਫ ਅਕਲ ਤੇ ਉਸੇ ਲੈਵਲ ਤੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈਗਾ, ਫਿਰ ਅਕਾਲ ਪੁਰਖ ਵਾਹਿਗੁਰੂ ਕੁਦਰਤ ਜਿਹੜੀ ਹੈ ਉਹ ਨਵਾਜਣ ਲਈ ਤਿਆਰ ਹੋ ਜਾਂਦੀ ਹੈ। ਅਗਲਾ ਬਚਨ ਲਿਖਿਆ, ਬਿਨ ਸ਼ਬਦੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਬਿਨਾਂ ਸ਼ਬਦ ਤੋਂ ਨਾਮ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦਾ। ਹੁਣ ਬਿਨਾਂ ਸ਼ਬਦ ਤੋਂ ਨਾਮ ਪ੍ਰਾਪਤ ਹੋ ਜਾਣਾ, ਇਹਦਾ ਅਹਿਸਾਸ ਕਰੋ। ਜਿਹੜੀ ਤਾਲੀਮ ਹੈ, ਐਜੂਕੇਸ਼ਨ ਹੈ, ਬੇਸਿਕ ਐਜੂਕੇਸ਼ਨ, ਇਹ ਸਾਰੀ ਦੁਨੀਆ ਦੀ ਪ੍ਰਾਪਤੀ ਦਾ ਇੱਕ ਗੇਟਵੇ ਹੈ। ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ ਲੋਕਾਂ ਨੂੰ, ਤੇ ਸ਼ਬਦ ਨਾਲ ਜੋੜਨ ਵਾਸਤੇ ਗੁਰੂ ਸਾਹਿਬ ਨੇ ਬੜੇ ਤਰੱਦਦ ਵਿੱਚੋਂ, ਬੜੀ ਮੁਸ਼ੱਕਤ ਵਿੱਚੋਂ ਨਿਕਲੇ ਗੁਰੂ ਸਾਹਿਬ। ਜੇ ਮੈਂ ਗੁਰੂ ਅੰਗਦ ਸਾਹਿਬ ਦਾ ਜੀਵਨ ਪੜ੍ਹਦਾ ਹਾਂ ਤੇ ਉਹਨਾਂ ਨੇ ਇਤਨਾ, ਉਹਨਾਂ ਦਾ ਹਾਇਰ ਕੈਲੀਬਰ ਸੀਗਾ, ਇਤਨੇ ਵੱਡੇ ਕੈਲੀਬਰ ਦੇ ਮਾਲਕ ਸੀਗੇ। ਤੇ ਟੋਟਲ ਜੇ ਉਹਨਾਂ ਨੇ ਬਾਣੀ ਜਿਹੜੀ ਪ੍ਰੋਡਿਊਸ ਕੀਤੀ ਹੈ ਉਹ 63 ਸ਼ਲੋਕ ਨੇ, 63 ਸ਼ਲੋਕ ਨੇ ਸਿਰਫ। ਬਾਕੀ ਸਮਾਂ ਸਾਰਾ ਸ਼ਬਦ ਸਿਖਾਉਣ ਤੇ, ਸ਼ਬਦ ਪ੍ਰਚਾਰਨ ਤੇ, ਲਫ਼ਜ਼ ਅੱਖਰ ਹਰਫ ਇਹ ਸਿਖਾਉਣ ਤੇ ਲਗਾ ਦਿੱਤਾ। ਜਿਵੇਂ ਅੱਜ ਦੀ ਦੁਨੀਆ ਆ, ਸਾਡੇ ਬੱਚੇ ਕਈ ਵਾਰ ਮੈਂ ਦੇਖਦਾ, ਰੀਸੈਂਟਲੀ ਮੇਰੀ ਬੱਚਿਆਂ ਨਾਲ ਗੱਲ ਹੋ ਰਹੀ ਸੀ, ਤੇ ਉਹ ਬੜੇ ਅਗੇਂਸਟ ਸੀਗੇ, ਬੜੇ ਰਿਬੈਲੀਅਸ ਸੀਗੇ ਬਣ ਰਹੇ ਸਾਡੇ ਇੱਥੋਂ ਦੇ ਐਜੂਕੇਸ਼ਨ ਸਿਸਟਮ ਬਾਰੇ, ਸਾਡੀ ਸੋਸਾਇਟੀ ਬਾਰੇ। ਦੇ ਹੈਵ ਸੋ ਮੈਨੀ ਕੰਪਲੇਨਸ ਅਬਾਊਟ ਐਵਰੀਥਿੰਗ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ, ਇੱਕ ਤੇ ਇਹ ਕੰਪਲੇਨਸ ਕਰਕੇ ਇੱਕ ਸਾਈਡ ਤੇ ਬੈਠ ਕੇ ਰੋ ਲਵੋ, ਜਾਂ ਇੱਕ ਇਹ ਹੈ ਸਿਸਟਮ ਦੇ ਵਿੱਚ ਵੜੋ। ਕਿਵੇਂ ਵੜੋਗੇ? ਅੱਜ ਦੀ ਲੈਂਗੁਏਜ ਕਿਹੜੀ ਹੈ? ਐਲਗੋਰਿਦਮ, ਕੰਪਿਊਟਰ ਲੈਂਗੁਏਜ ਹੈ, ਟੈਕਨੀਕਲ ਲੈਂਗੁਏਜ ਹੈ। ਅੱਜ ਇਨੋਵੇਸ਼ਨ ਦਾ ਵਰਲਡ ਆ, ਉਹਦੇ 'ਚ ਜਾਓ, ਐਫਰਟ ਪਾਓ। ਗੁਰੂ ਰਾਮਦਾਸ ਸਾਹਿਬ ਜੀ ਦੀ ਬਾਤ ਹੋ ਰਹੀ, ਜਿਨ ਸਤਿਗੁਰ ਸਿਮਰੰਤ ਨੈਣ ਤੇ ਤਿਮਰ ਮਿਟੈ ਖਿਨ। ਅਸੀਂ ਕਈ ਵਾਰ ਗੁਰੂ ਸਾਹਿਬ ਦੇ ਜੀਵਨ ਨੂੰ ਪ੍ਰੋਪਰ ਤਰੀਕੇ ਨਾਲ ਦੇਖਦੇ ਨਹੀਂ। ਇੱਕ ਛੋਟੀ ਜਿਹੀ ਐਗਜ਼ਾਮਪਲ ਕਰਕੇ ਵਾਈਂਡ ਅਪ ਕਰਦਾ। ਗੁਰੂ ਅਮਰਦਾਸ ਸਾਹਿਬ ਨੇ ਗੋਇੰਦੇ ਮਰਵਾਹੇ ਤੋਂ ਜ਼ਮੀਨ ਲੈ ਕੇ ਨਗਰ ਵਸਾਇਆ ਸੀ, ਗੋਇੰਦਵਾਲ। ਜੇ ਤੁਸੀਂ ਕਦੀ ਗਓ ਉੱਥੇ ਵਿਜ਼ਿਟ ਕਰੋ ਤੇ ਗੋਇੰਦਵਾਲ ਉਹ ਤੋਂ ਜ਼ਮੀਨ ਲੈ ਕੇ ਵਸਾਇਆ ਸੀ। ਗੋਇੰਦਾ ਜਿੰਨੀ ਦੇਰ ਰਿਹਾ ਉਹ ਤੇ ਗੁਰੂ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਰਿਹਾ, ਕਿਉਂਕਿ ਇਹ ਉਜਾੜੀ ਜ਼ਮੀਨ ਸੀ, ਉਜੜੀ ਬਿਲਕੁਲ। ਉਹਨੇ ਐਫਰਟ ਵੀ ਪਾਈ ਇੱਕ ਦੋ ਵਾਰੀ, ਪਰ ਇੱਥੇ ਕੋਈ ਉਹ ਪਿੰਡ ਵੀ ਨਹੀਂ ਵਸਾ ਸਕਿਆ। ਘੁੱਗਵਸ ਦਾ ਨਗਰ ਗੁਰੂ ਅਮਰਦਾਸ ਸਾਹਿਬ ਨੇ ਵਸਾਤਾ। ਗੋਇੰਦੇ ਦੀ ਮੌਤ ਹੋ ਗਈ ਤੇ ਉਹਦੇ ਜਿਹੜੇ ਮੁੰਡੇ ਸੀਗੇ ਉਹਨਾਂ ਨੂੰ ਲੋਕਾਂ ਨੇ ਆਲੇ ਦੁਆਲਿਓਂ ਕਿਹਾ, ਓਏ ਜ਼ਮੀਨ ਤੁਹਾਡੀ, ਨਗਰ ਤੁਹਾਡਾ, ਗੁਰੂ ਅਮਰਦਾਸ ਸਾਹਿਬ ਇੱਥੇ ਹੌਲੀ ਸੋਲੀ ਬਣੇ ਨੇ, ਇਹ ਥੋੜ੍ਹਾ ਗੱਲ ਹੈ। ਤੁਸੀਂ ਇੱਕ ਕੰਮ ਕਰੋ, ਤੁਸੀਂ ਨਾ ਸ਼ਿਕਾਇਤ ਕਰੋ ਅਕਬਰ ਕੋਲ ਜਾ ਕੇ ਜਾਂ ਸਰਕਾਰੀ ਡਿਪਾਰਟਮੈਂਟ ਵਿੱਚ, ਕਹੋ ਕਿ ਸਾਡੀ ਜ਼ਮੀਨ ਤੇ ਗੁਰੂ ਅਮਰਦਾਸ ਸਾਹਿਬ ਨੇ ਧੱਕੇ ਨਾਲ ਕਬਜ਼ਾ ਕੀਤਾ ਹੈ। ਅਕਬਰ ਉਸ ਤੋਂ ਪਹਿਲਾਂ ਆਲਰੇਡੀ ਗੁਰੂ ਅਮਰਦਾਸ ਸਾਹਿਬ ਦੇ ਲੰਗਰਾਂ 'ਚ ਬੈਠ ਕੇ ਪ੍ਰਸ਼ਾਦਾ ਛੱਕ ਕੇ ਤੇ ਇੱਥੇ ਆਪਣੇ ਵੱਲੋਂ ਇੱਕ ਆਫਰ ਜ਼ਗੀਰ ਦੀ ਦੇ ਕੇ ਜਾ ਚੁੱਕਾ ਸੀ, ਜਿਹੜੀ ਗੁਰੂ ਅਮਰਦਾਸ ਸਾਹਿਬ ਨੇ ਠੁਕਰਾ ਦਿੱਤੀ ਸੀ। ਬਾਏ ਚਾਂਸ ਹੋਇਆ ਕਿ ਉਹ ਲਾਹੌਰ ਸੀਗਾ, ਲਾਹੌਰ ਹੀ ਠਹਿਰਿਆ ਸੀਗਾ। ਗੋਇੰਦੇ ਮਰਵਾਹੇ ਦੇ ਮੁੰਡੇ ਬਕਾਇਦਾ ਤੌਰ ਤੇ ਕੁਝ ਅੰਦਰੋਂ ਜਿਹੜੀਆਂ ਜਿਹਨੂੰ ਕਹਿੰਦੇ ਵੀ ਇਨਰ ਸਟ੍ਰਿੰਗਸ ਫੋਲੋ ਕਰਦੇ ਹੋਏ ਉਹ ਅਕਬਰ ਤੱਕ ਰਸਾਈ ਕਰਦੇ ਨੇ ਤੇ ਜਾ ਕੇ ਉੱਥੇ ਸ਼ਿਕਾਇਤ ਕਰਦੇ ਨੇ ਕਿ ਸਾਡੀ ਜ਼ਮੀਨ ਤੇ ਗੁਰੂ ਅਮਰਦਾਸ ਸਾਹਿਬ ਨੇ ਧੱਕੇ ਨਾਲ ਕਬਜ਼ਾ ਕੀਤਾ ਹੈ। ਅਕਬਰ ਵੈਸੇ ਤੇ ਬੜਾ ਕਜ਼ਾਕ ਸਿਆਸਤਦਾਨ ਹੈ, ਉਹ ਕਹਿੰਦਾ ਐਵੇਂ ਤੇ ਹੋ ਨਹੀਂ ਸਕਦਾ, ਪਰ ਉਹਨੇ ਕਿਹਾ ਕੋਈ ਗੱਲ ਨਹੀਂ, ਗੁਰੂ ਸਾਹਿਬ ਬੜੇ ਰੂਹਾਨੀ ਰੁਤਬੇ ਦੇ ਮਾਲਕ ਨੇ ਤੇ ਮੈਨੂੰ ਹਾਥੀ ਤੋਂ ਥੱਲੇ ਉਤਾਰਿਆ ਸੀਗਾ ਲੰਗਰ ਛਕਣ ਵਾਸਤੇ, ਹੁਣ ਪਤਾ ਲੱਗੇਗਾ। ਉਸਨੇ ਸ਼ਿਕਾਇਤ ਫੜ ਲਈ ਤੇ ਆਪਣੇ ਜਿਹੜਾ ਸੀਗਾ ਡਿਪਾਰਟਮੈਂਟ ਨੂੰ ਇਹ ਕਹਿ ਦਿੱਤਾ ਕਿ ਜਿਹੜਾ ਜੁਡੀਸ਼ਰੀ ਡਿਪਾਰਟਮੈਂਟ ਕਹਿ ਲਓ ਕਿ ਤੁਸੀਂ ਸੰਮਣ ਭੇਜ ਦਿਓ ਗੁਰੂ ਅਮਰਦਾਸ ਸਾਹਿਬ ਨੂੰ। ਗੁਰੂ ਅਮਰਦਾਸ ਸਾਹਿਬ ਕੋਲ ਸੰਮਣ ਗਏ ਤੇ ਸੰਮਣ ਜਾਣਗੇ ਤੇ ਗੁਰੂ ਅਮਰਦਾਸ ਸਾਹਿਬ ਆਪਣੇ ਆਪ ਇੱਧਰ ਉੱਧਰ ਜਿਹੜਾ ਹੈਗਾ ਨੈਟਵਰਕਿੰਗ ਯੂਜ਼ ਕਰਨ ਵਾਸਤੇ ਮੇਰੇ ਕੋਲ ਅੰਦਰ ਖਾਤੇ ਬੰਦਾ ਪਹੁੰਚਾਉਣਗੇ ਵੀ ਆਪਾਂ ਸ਼ਿਕਾਇਤ ਕੈਂਸਲ ਕਰ ਦਿਆਂਗੇ, ਪਰ ਐਟਲੀਸਟ ਪਤਾ ਤੇ ਲੱਗੇਗਾ ਵੀ ਬਾਦਸ਼ਾਹ ਦੀ ਕੀ ਹੋਂਦ ਹੁੰਦੀ ਹੈ, ਕੀ ਅਹਿਮੀਅਤ ਹੁੰਦੀ ਹੈ।
ਜਦੋਂ ਜਿਹੜਾ ਸੰਮਨ ਲੈ ਕੇ ਕਾਸਿਦ ਗਵਰਨਮੈਂਟ ਦਾ ਬੰਦਾ ਜਿਹੜਾ ਹੁੰਦਾ ਆ ਉਹ ਪਹੁੰਚਿਆ, ਗੁਰੂ ਅਮਰਦਾਸ ਸਾਹਿਬ ਨੇ ਸੰਮਨ ਰਿਸੀਵ ਕਰ ਲਏ। ਉਹਨੇ ਆ ਕੇ ਜਵਾਬ ਦਿੱਤਾ ਜੀ ਸੰਮਨ ਰਿਸੀਵ ਕਰ ਲੈਣਾ। ਉਹ ਕਹਿੰਦਾ ਅੱਛਾ, ਇਹਦਾ ਮਤਲਬ ਮੁਕੱਦਮੇ ਤੇ ਆਉਣਗੇ ਹੁਣ। ਫਿਰ ਮੁਕੱਦਮੇ ਦੀ ਤਾਰੀਖ ਰੱਖੀ ਗਈ ਬਕਾਇਦਾ ਤੌਰ ਤੇ ਸਾਰੀ। ਵੈਸੇ ਕਾਜ਼ੀ ਉਲ ਕਜ਼ਾ ਜਿਹੜਾ ਕਹਿ ਲਓ ਵੀ ਸੁਪਰੀਮ ਕੋਰਟ ਦਾ ਜੱਜ ਆ, ਉਹ ਮੁਕੱਦਮੇ ਸੁਣਦਾ ਲਾਹੌਰ ਦੇ ਵਿੱਚ, ਪਰ ਕਿਉਂਕਿ ਅਕਬਰ ਆਪ ਉੱਥੇ ਮੌਜੂਦ ਆ ਇਸ ਕਰਕੇ ਬਾਦਸ਼ਾਹ ਦੇ ਸਾਹਮਣੇ ਉਹਨੇ, ਕਾਜ਼ੀ ਨੇ ਤੇ ਬੈਠਣਾ, ਬਾਦਸ਼ਾਹ ਆਪ ਬੈਠਾ ਮੁਕੱਦਮੇ ਦੇ ਵਿੱਚ। ਦੇਖਦੇ ਹਾਂ ਅੱਜ ਫੈਸਲਾ, ਅੱਜ ਮੁਕੱਦਮਾ ਮੈਂ ਸੁਣਦਾ। ਜਦੋਂ ਮੁਕੱਦਮੇ ਦੀ ਬਾਤ ਹੋਈ, ਲੌਂਗ ਸਟੋਰੀ ਸ਼ੋਰਟ ਮੈਂ ਉਸ ਰੂਪ ਵਿੱਚ ਬਿਆਨ ਕਰਾਂ, ਤਵਾਰੀਖ ਦੇ ਤੇ ਬੜੇ ਰੰਗ ਨੇ ਉੱਥੇ। ਦੋਨੋਂ ਕੇਸ ਤੁਸੀਂ ਸ਼ਾਇਦ ਦੇਖਿਆ ਹੋਵੇ, ਜਿਹੜਾ ਇਹ ਕੋਰਟ ਦਾ ਸਿਸਟਮ ਹੈ ਨਾ ਬ੍ਰਿਟਿਸ਼ ਨੇ, ਇਹ ਮੁਗਲਾਂ ਤੋਂ ਲਰਨ ਕੀਤਾ ਅਸਲ ਦੇ ਵਿੱਚ। ਇਹ ਅਰਬਾਂ ਤੋਂ ਲਰਨ ਕਰਕੇ ਆਏ ਨੇ, ਬਹੁਤਾ ਸਿਸਟਮ ਉੱਥੋਂ ਆਇਆ। ਐਕਚੁਅਲ ਲੈਵਲ 'ਤੇ ਜੇ ਤੁਸੀਂ ਲਿਟਰੇਸੀ ਦੀ ਸਾਈਡ ਤੋਂ ਦੇਖੋ ਨਾ, ਜਦੋਂ ਯੂਰਪ ਵਿੱਚ ਲੋਕਾਂ ਨੂੰ ਆਪਣਾ ਨਾਂ ਲਿਖਣਾ ਵੀ ਨਹੀਂ ਸੀ ਨਾ ਆਉਂਦਾ, ਉਦੋਂ ਲਿਟਰੇਸੀ ਦਾ ਪੂਰਾ ਦਰਿਆ ਚੱਲਦਾ ਸੀਗਾ, ਪੂਰਾ ਵੱਡਾ ਓਸ਼ਨ ਸੀਗਾ ਵਗਦਾ ਅਰਬਾਂ ਦੀ ਦੁਨੀਆ ਦੇ ਵਿੱਚ। ਉਹਨਾਂ ਨੂੰ ਤੇ ਮੁੜ ਕੇ ਜਿਹੜੀ ਧਾਰਮਿਕ ਕੱਟੜਤਾ ਆ ਉਹ ਇਸ ਲੈਵਲ ਤੇ ਮਾਰ ਗਈ ਕਿ ਉਹ ਲੋਕ ਆਪਣੀ ਕਾਬਲੀਅਤ ਦੇ ਹੋਣ ਦੇ ਬਾਵਜੂਦ ਵੀ ਵਿੱਚ ਹੀ ਗਰਕ ਹੋ ਗਏ। ਅਦਰਵਾਈਜ਼ ਤੁਸੀਂ ਕਿਤੇ ਅਸਤਾਨਬੁਲ ਜਾਂ ਇਹੋ ਜਿਹੇ ਸ਼ਹਿਰਾਂ ਨੂੰ ਜਾ ਕੇ ਦੇਖੋ, ਪੁਰਾਣਿਆਂ ਨੂੰ ਉਹਨਾਂ ਦੀਆਂ ਇਮਾਰਤਾਂ, ਉਹਨਾਂ ਦੀ ਸਾਰੀ ਚੀਜ਼, ਉਹਨਾਂ ਦੀ ਆਰਟ, ਹਰ ਚੀਜ਼ ਕਮਾਲ ਹੀ ਹੈ ਇਸ ਰੂਪ ਦੇ ਵਿੱਚ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀ, ਜਦੋਂ ਉੱਥੇ ਮੁਕੱਦਮੇ ਦੀ ਸੁਣਵਾਈ ਹੋਣ ਲੱਗੀ ਹੈ ਤੇ ਪਹਿਲਾਂ ਜਿਹੜਾ ਹੈਗਾ, ਜਿਹੜੀ ਮੇਨ ਪਾਰਟੀ ਹੈ ਉਹਦੀ ਬਾਤ ਸੁਣੀ ਗਈ। ਹੁਣ ਜਿਹੜੀ ਅਕਿਊਜ਼ਡ ਪਾਰਟੀ ਹੈ, ਜਿਹੜੇ ਉਸ ਲੈਵਲ 'ਤੇ ਉਹਦੀ ਬਾਤ ਆਉਣੀ ਸੀਗੀ। ਗੋਇੰਦੇ ਮਰਵਾਹੇ ਦੇ ਜਿਹੜੇ ਮੁੰਡੇ ਸੀਗੇ ਉਹ ਸਪੈਸ਼ਲ ਬੰਦੇ ਨਾਲ ਲੈ ਕੇ ਆਏ, ਜਿਹੜੇ ਫਾਰਸੀ ਦੇ ਜਿਹੜੀ ਉਹਨਾਂ ਦੀ ਲੈਂਗੁਏਜ ਹੈ ਸਾਰੇ ਦੀ ਸਾਰੀ, ਮਾਲ ਡਿਪਾਰਟਮੈਂਟ ਦੀ ਤੁਹਾਨੂੰ ਸ਼ਾਇਦ ਪਤਾ ਹੋਏਗਾ, ਉਹਨਾਂ ਦੀ ਖਾਸ ਲੈਂਗੁਏਜ ਹੁੰਦੀ ਹੈ। ਉਹ ਸਾਰੇ ਦਾ ਸਾਰਾ ਜਿਹੜਾ ਪੜ੍ਹਦੇ ਨੇ ਉਸ ਸਾਰੇ ਨੂੰ, ਅਤੇ ਉਹ ਉਸ ਤਰੀਕੇ ਨਾਲ ਸਾਰਾ ਕੇਸ ਪ੍ਰਜੈਂਟ ਕਰਦੇ, ਕਿਆ ਸਾਰਾ ਦੱਸਦਾ ਹੈ। ਅਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਜ਼ਮੀਨ ਗੁਰੂ ਅਮਰਦਾਸ ਸਾਹਿਬ ਦੀ ਨੇ, ਗੋਇੰਦੇ ਦੀ ਬਿਲੋਂਗ ਕਰਦੀ, ਅਤੇ ਗੋਇੰਦੇ ਦੇ ਮੁੰਡਿਆਂ ਦਾ ਹੱਕ ਹੈ ਇਹਦੇ 'ਤੇ। ਠੀਕ ਹੈ ਜੀ। ਗੁਰੂ ਅਮਰਦਾਸ ਸਾਹਿਬ ਵੱਲੋਂ ਕਿੰਨੇ ਕੇਸ ਪ੍ਰਜੈਂਟ ਕਰਨਾ ਹੈ ਜੀ। ਅੱਗੇ ਵਧਿਆ ਇੱਕ ਨੌਜਵਾਨ ਬੱਚਾ ਜਿਹੜਾ ਭਾਈ ਜੇਠੇ ਦੇ ਰੂਪ ਦੇ ਵਿੱਚ ਆ। ਅਕਬਰ ਬੜਾ ਹੈਰਾਨ ਹੋਇਆ, ਕਹਿੰਦਾ ਕਮਾਲ ਹੈ, ਇਹ ਕੋਰਟ 'ਚ ਇੱਥੇ ਕੇਸ ਹੋ ਰਿਹਾ, ਬਾਦਸ਼ਾਹ ਦੀ ਕਚਹਿਰੀ 'ਚ ਕੇਸ ਚੱਲ ਰਿਹਾ, ਤੇ ਗੁਰੂ ਅਮਰਦਾਸ ਸਾਹਿਬ ਨੇ ਇੱਕ ਨੌਜਵਾਨ ਬੱਚਾ ਭੇਜਦਾ ਕੇਸ ਪ੍ਰਜੈਂਟ ਕਰਨ ਵਾਸਤੇ। ਕੁਝ ਹੋਰ ਵੀ ਸਿੱਖ ਨਾਲ, ਪਰ ਗੁਰੂ ਅਮਰਦਾਸ ਸਾਹਿਬ ਭਾਈ ਜੇਠਾ ਜੀ ਅੱਗੇ ਵੱਧਦੇ ਨੇ। ਅਕਬਰ ਸੋਚਦਾ ਹਾਂ ਕਿਸੇ ਲਾਹੌਰ ਦੇ ਫਾਰਸੀ ਦੇ ਵੱਡੇ ਸਕੂਲ ਦਾ ਕੋਈ ਇਹ ਤਾਲਿਬ ਹੋਣਾ, ਉਹਦਾ ਸਟੂਡੈਂਟ ਉੱਥੋਂ ਪੜ੍ਹ ਕੇ ਆਇਆ ਹੋਣਾ। ਅਕਬਰ ਪੁੱਛਦਾ ਕਿਹੜੇ ਸਕੂਲ ਤੋਂ, ਇੱਥੋਂ ਕਿਹੜੇ ਅਦਾਰੇ ਤੋਂ ਤੁਸੀਂ ਤਾਲੀਮ ਲਈ ਹੈ? ਤੇ ਭਾਈ ਜੇਠਾ ਜੀ ਕਹਿੰਦੇ ਲਾਹੌਰ ਦੇ ਕਿਸੇ ਅਦਾਰੇ ਤੋਂ ਮੈਂ ਤਾਲੀਮ ਨਹੀਂ ਲਈ। ਅਕਬਰ ਬੜਾ ਹੈਰਾਨ ਹੁੰਦਾ, ਕਹਿੰਦਾ ਫਿਰ ਬਾਹਰੋਂ ਕਿਤੋਂ ਤਾਲੀਮ ਲੈ ਕੇ ਆਏ ਹੋ? ਕਹਿੰਦੇ ਨਹੀਂ ਜੀ, ਮੈਂ ਗੁਰੂ ਦੇ ਚਰਨਾਂ 'ਚ ਬੈਠ ਕੇ ਤਾਲੀਮ ਲਈ ਹੈ। ਅਕਬਰ ਨੂੰ ਹੋਰ ਹੈਰਾਨਗੀ ਆਉਂਦੀ ਹੈ, ਕਿਆ ਗੁਰੂ ਅਮਰਦਾਸ ਸਾਹਿਬ ਨੇ ਬਾਤ ਕੀਤੀ ਹੈ? ਏਡੇ ਵੱਡੇ ਕੇਸ ਦੀ ਪੈਰਵਾਈ ਇਸ ਨੌ ਨਿਹਾਲ ਨੌ ਸਿੱਖੀਏ ਨੂੰ ਦੇ ਦਿੱਤੀ, ਇਹ ਕਿਵੇਂ ਹੋ ਗਿਆ? ਖੈਰ ਕੇਸ ਅੱਗੇ ਵੱਧਦਾ ਹੈ। ਜਿਸ ਤਰੀਕੇ ਦੇ ਨਾਲ ਭਾਈ ਜੇਠਾ ਜੀ ਉਹ ਸਾਰੇ ਕੇਸ ਦੀ ਪੈਰਵਾਈ, ਉਹ ਸਾਰੀ ਫਾਰਸੀ ਜ਼ਬਾਨ, ਸਾਰੀ ਲਿਖਤ, ਸਾਰਾ ਪੜ੍ਹ, ਉਹ ਸਾਰਾ ਕੁਝ ਬਿਆਨ ਕਰਦੇ ਨੇ, ਕਾਜ਼ੀ ਵੀ ਇੱਕਦਮ ਹਾਮੀ ਭਰਦਾ ਹੈ, ਇਹ ਜ਼ਮੀਨ ਗੁਰੂ ਅਮਰਦਾਸ ਸਾਹਿਬ ਤੋਂ ਬਿਲੋਂਗ ਕਰਦੀ ਹੈ। ਅਕਬਰ ਵੀ ਕਹਿੰਦਾ ਹਾਂ ਬਿਲਕੁਲ ਇਸ ਰੂਪ ਦੇ ਵਿੱਚ ਬਾਤ ਬਣਦੀ ਹੈ। ਖੈਰ ਫੈਸਲਾ ਗੁਰੂ ਅਮਰਦਾਸ ਸਾਹਿਬ ਦੇ ਹੱਕ 'ਚ ਹੁੰਦਾ, ਮੁਕੱਦਮਾ ਖਤਮ ਹੁੰਦਾ ਹੈ, ਸਾਰੇ ਮੁਕੱਦਮੇ ਨਾਲ ਧਿਰਾਂ ਵਾਪਸ ਜਾਣ ਲੱਗਦੀਆਂ ਨੇ। ਅਕਬਰ ਬਕਾਇਦਾ ਤੌਰ 'ਤੇ ਆਵਾਜ਼ ਦੇ ਕੇ ਬੁਲਾਉਂਦਾ ਭਾਈ ਜੇਠਾ ਜੀ ਨੂੰ। ਉਹ ਕਹਿੰਦਾ ਨੌਜਵਾਨ ਉਰੇ ਆ, ਤੂੰ ਗੁਰੂ ਕੋਲ ਜਾ ਕੇ ਕੀ ਕਰਨਾ? ਤੇਰੇ ਵਰਗੇ ਬੰਦਿਆਂ ਦੀ ਤਾਂ ਸਾਨੂੰ ਰੋਜ਼ ਲੋੜ ਇੱਥੇ ਹੈ। ਇੱਥੇ ਆਏ ਦਿਨ ਵੱਖਰੇ ਵੱਖਰੇ ਕਿਸਮ ਦੇ, ਜਿਨ੍ਹਾਂ ਨੂੰ ਕਹਿ ਲਓ ਕਿ ਜਿਹੜੇ ਸਿਵਲ ਲਿਟੀਗੇਸ਼ਨ ਦੇ ਕੇਸ ਹੁੰਦੇ ਨੇ, ਇਹੋ ਜਿਹੇ ਰੋਜ਼ ਕੇਸ ਆਉਂਦੇ ਇੱਥੇ। ਤੇ ਤੇਰੇ ਵਰਗੇ ਬੰਦੇ ਦੀ ਸਾਨੂੰ ਇੱਥੇ ਲੋੜ ਆ, ਤੂੰ ਇੱਥੇ ਰਹਿ। ਜਿਹੜਾ ਅਹੁਦਾ ਕਹਿਣਾ ਉਹੀ ਅਹੁਦਾ, ਹੁਣੇ ਦੀਵਾਨ ਟੋਡਰ ਮੱਲ ਨੂੰ ਕਹਿਣਾ ਉਹੀ ਅਹੁਦਾ ਤੈਨੂੰ ਤਸਦੀਕ ਕਰ ਦਿੰਦਾ, ਤੇ ਤੁਸੀਂ ਇਸ ਰੂਪ ਦੇ ਵਿੱਚ। ਤੇ ਭਾਈ ਜੇਠਾ ਜੀ ਹੱਥ ਜੋੜ ਕੇ ਕਹਿੰਦੇ ਬਾਦਸ਼ਾਹ ਹਿੰਦ ਆਪ ਜੀ ਦੀ ਜ਼ੇਰੇ ਨਵਾਜ਼ਿਸ਼ ਲਈ ਸ਼ੁਕਰੀਆ, ਇਹ ਬਰਕਤਾਂ ਮੇਰੇ ਗੁਰੂ ਦੀਆਂ ਨੇ, ਗੁਰੂ ਦੇ ਦਰ ਤੇ ਸੋਭਦੀਆਂ ਨੇ। ਇਹ ਸੀਗਾ ਗੁਰੂ ਰਾਮਦਾਸ ਸਾਹਿਬ ਦਾ ਕੈਲੀਬਰ। ਇਹ ਹੈ ਸਿੱਖਣਾ ਵੀ ਉਸ ਤਰੀਕੇ ਨਾਲ, ਤੇ ਇਹ ਨਹੀਂ ਕੋਈ ਫਾਰਮਲ ਸਕੂਲਿੰਗ ਤੇ ਕੋਈ ਵੀ ਨਹੀਂ ਹੋਈ ਉਹਨਾਂ ਦੀ, ਪਰ ਜਦੋਂ ਗੁਰੂ ਨਾਲ ਸਾਂਝ ਪਈ ਤੇ ਐਸੀ ਪਈ, ਇੱਕ ਕੈਲੀਬਰ ਆ ਗਿਆ। ਅਜੇ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਬਾਰੇ ਜੇ ਬਾਤ ਕਰੋਗੇ ਤੁਹਾਨੂੰ ਹੈਰਾਨ ਕੁੱਲ ਰਹਿ ਜਾਓਗੇ। ਇੱਥੇ ਜਿਹੜਾ ਗੁਰੂ ਮਹਾਰਾਜ ਨੇ ਬਾਤ ਕੀਤੀ ਨਾ, ਬਿਨ ਸ਼ਬਦਾ ਨਾਮ ਨਾ ਪਾਏ ਕੋਈ, ਇਹ ਸ਼ਬਦ ਦੀ ਸਾਰੀ ਖਾਸੀਅਤ ਆ।
ਅੱਜ ਵੀ ਕਿਹਾ ਜਾਂਦਾ ਹੈ, ਬੰਦੇ ਦੇ ਵਿੱਚ ਕੰਸੈਂਟਰੇਸ਼ਨ ਹੋਏ, ਬੰਦੇ ਦੇ ਵਿੱਚ ਐਬਿਲਿਟੀ ਹੋਏ ਪਰਸੀਵ ਕਰਨ ਦੀ, ਬੰਦੇ ਦੇ ਵਿੱਚ ਐਬਿਲਿਟੀ ਹੋਏ ਆਪਣੇ ਆਪ ਨੂੰ ਸਮਝਣ ਦੀ ਤੇ ਬਾਹਰ ਦੀ ਦੁਨੀਆ ਨੂੰ ਸਮਝਣ ਦੀ, ਦੁਨੀਆ ਦਾ ਕੋਈ ਸਬਜੈਕਟ, ਕੋਈ ਨੌਲੇਜ ਉਹ ਤੋਂ ਦੂਰ ਨਹੀਂ ਰਹਿ ਸਕਦੇ। ਇਹ ਸ਼ਬਦ ਸਿਖਾ ਰਿਹਾ ਮਹਾਰਾਜ। ਬਿਆਨ ਕਰਦੇ, ਬਿਨ ਸ਼ਬਦ ਹੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਤੇ ਮਨ ਵਸਾਵਣਿਆ। ਪਰ ਇਹ ਚੀਜ਼ਾਂ ਵੀ ਉਹ ਹੈ, ਜਦੋਂ ਗੁਰੂ ਤਰਸ ਕਰਦਾ, ਗੁਰੂ ਕਿਰਪਾ ਕਰਦਾ, ਗੁਰੂ ਤਰੁੱਠਦਾ ਆ, ਸਾਨੂੰ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ, ਅਹਿਮੀਅਤ ਤਾਂ ਸਮਝ ਆਉਂਦੀ ਹੈ। ਰਹਿੰਦੇ ਬਚਨਾਂ ਦੀ ਵਿਆਖਿਆ ਹੁੰਦੇ ਸਮੇਂ ਵਾਸਤੇ ਅੱਜ ਲਈ ਇੱਥੇ ਸਮਾਪਤੀ। ਗੁਰਪੁਰਬ ਦੀ ਮੁਬਾਰਕਬਾਦ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ।